ਸਾਡੇ ਸਾਥੀ ਸਾਡੇ ਭਰਾ ਮੀਡੀਆ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਇਸ ਪ੍ਰੈਸ ਕਾਨਫਰੰਸ ਆਉਣ ਵਾਸਤੇ। ਤੇ ਮੇਰੇ ਨਾਲ ਪ੍ਰੋਫੈਸਰ ਸੰਤੋਖ ਸਿੰਘ ਜੀ ਬੁਲਾਰਾ ਸੰਯੁਕਤ ਸਮਾਜ ਮੋਰਚਾ ਤੇ ਵਿਸ਼ਾਲ ਸਿੰਘ ਜੀ SSM ਦੇ ਵੱਡੇ ਵਧੀਆ ਜਿਹਨੂੰ ਕਹਿੰਦੇ ਸਪੋਰਟਰ ਵੀ ਨੇ ਤੇ ਵਧੀਆ ਤਰੀਕੇ ਨਾਲ ਹਰ ਤਰ੍ਹਾਂ ਦੇ ਸਪੋਰਟ ਵੀ SSM ਨੂੰ ਕਰਦੇ ਨੇ। ਸੋ ਅੱਜ ਦੇ ਮੁੱਖ 3 ਮੁੱਦੇ ਜਿਹੜੇ ਹੈਗੇ ਜਿਹਦੇ ਵਾਸਤੇ ਪ੍ਰੈਸ ਕਾਨਫਰੰਸ ਆਪਾਂ ਸੱਦੀ ਹੈ। ਪਹਿਲਾ ਮੁੱਦਾ ਜਿਵੇਂ ਕਿ ਇਨਵੀਟੇਸ਼ਨ 'ਚ ਸੀਗਾ ਕਿ SSM ਨੂੰ ਲੈ ਕੇ ਕਈ ਲੋਕਾਂ 'ਚ ਅਸਮੰਜਸ ਹੈ, ਉਹਦੇ ਵਾਸਤੇ ਥੋੜ੍ਹੀ ਕਲੈਰਿਟੀ। ਅਤੇ ਦੂਜਾ ਜਿਹੜਾ ਮੁੱਦਾ ਹੈ ਕਿ ਹਰ ਹਫ਼ਤੇ 10 ਦਿਨ 'ਚ ਕੋਈ ਨਾ ਕੋਈ ਕਿਸਾਨ ਜਥੇਬੰਦੀ ਕਹਿੰਦੀ ਹੈ ਕਿ ਅਸੀਂ SSM ਦਾ ਪਾਰਟ ਨਹੀਂ ਹੈਗੇ ਅਤੇ ਅਸੀਂ SSM ਤੋਂ ਹੁਣ ਬਾਹਰ ਹੋ ਗਏ, ਅਤੇ ਬਾਰ-ਬਾਰ ਇੱਕ ਪਰਸੈਪਸ਼ਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਤੀਸਰਾ ਸਭ ਤੋਂ ਅਹਿਮ ਮੁੱਦਾ, ਤੁਸੀਂ ਦੇਖਿਆ ਹੋਊਗਾ ਪੰਜਾਬ 'ਚ ਐਂਟੀ ਕਰਪਸ਼ਨ ਨੰਬਰ ਲਾਂਚ ਹੋ ਚੁੱਕਿਆ ਹੈ ਲੋਕਾਂ ਲਈ, ਪਰ ਕੀ MLAs ਲਈ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਪਬਲਿਕ ਰਿਪਰੈਜ਼ੈਂਟੇਟਿਵ ਜਿਹਨਾਂ ਨੂੰ ਆਪਾਂ ਕਹਿੰਦੇ ਆ, ਬਾਰ-ਬਾਰ ਜਿਹਨਾਂ ਨੂੰ ਸਰਕਾਰ ਵੀ ਕਹਿੰਦੀ ਹੈ ਵੀ ਅਸੀਂ ਨੌਕਰ ਹੈ ਅਤੇ ਪਬਲਿਕ ਮਾਲਕ ਹੈ, ਕਿ ਉਹ ਨੌਕਰਾਂ ਵਾਸਤੇ ਕਿ ਉਹ ਸਰਕਾਰੀ ਪਬਲਿਕ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਨੁਮਾਇੰਦਿਆਂ ਵਾਸਤੇ ਕੋਈ ਹੈਲਪਲਾਈਨ ਨੰਬਰ ਸਰਕਾਰ ਜਾਰੀ ਕਰੇਗੀ, ਜਾਂ ਕੀ ਰੈਮਡੀ ਲੋਕਾਂ ਕੋਲ ਹੈਗੀ ਹੈ ਕਿ ਉਹਨਾਂ 'ਤੇ ਵੀ ਜੇ ਉਹ ਕਰਪਸ਼ਨ ਕਰਦੇ ਨੱਥ ਪਾਈ ਜਾ ਸਕੇ। ਅਤੇ ਉਹ ਦੇ ਬਾਰੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਜਿਹੜਾ ਪਹਿਲਾ ਪੁਆਇੰਟ ਸਾਡਾ ਹੈਗਾ SSM ਨੂੰ ਲੈ ਕੇ, ਪਿਛਲੇ ਹਫ਼ਤੇ SSM ਦੀ ਜਨਰਲ ਬੋਡੀ ਮੀਟਿੰਗ ਹੋਈ ਸੀਗੀ, ਜਿਸ 'ਚ 76 ਦੇ ਸਾਡੇ ਕੈਂਡੀਡੇਟ ਸੀਗੇ ਜਿਹੜੇ ਅਲੱਗ-ਅਲੱਗ ਹਲਕਿਆਂ ਤੋਂ ਇਲੈਕਸ਼ਨ ਲੜੇ। ਸੰਯੁਕਤ ਸਮਾਜ ਮੋਰਚੇ ਦੇ ਬੈਨਰ ਥੱਲੇ 6 ਕੈਂਡੀਡੇਟ ਜਿਹੜੇ ਸੀਗੇ, ਉਹਨਾਂ ਨੂੰ ਕੋਈ ਘਰੇਲੂ ਕਿਤੇ ਨਵਰਾਤਰੇ ਚੱਲ ਰਹੇ ਸੀਗੇ ਤਾਂ ਉਹਨਾਂ ਨੇ ਕਿਤੇ ਜਾਣਾ ਸੀਗਾ, ਅਤੇ ਹੋਰ ਕਿਸੇ ਦਾ ਬੇਟਾ ਬਿਮਾਰ ਸੀਗਾ। 6 ਕੈਂਡੀਡੇਟ ਜਿਹੜੇ ਆਲਮੋਸਟ 82 ਕੈਂਡੀਡੇਟ ਜਿਹੜੇ ਔਨ ਬੋਰਡ ਸੀਗੇ। ਇੱਕ ਜਨਰਲ ਹਾਊਸ ਦੀ ਮੀਟਿੰਗ ਹੋਈ ਸਮਰਾਲਾ 'ਚ, ਲੀਡਰਸ਼ਿਪ ਨੇ ਇੱਕ ਕੋਰ ਕਮੇਟੀ ਦਾ ਗਠਨ ਕੀਤਾ, ਕਿਉਂਕਿ ਸੰਯੁਕਤ ਸਮਾਜ ਮੋਰਚਾ ਇੱਕ ਪੋਲੀਟੀਕਲ ਆਊਟਫਿਟ ਹੈ, ਇੱਕ ਰਾਜਨੀਤਿਕ ਧਿਰ ਹੈ। ਉਹ ਰਾਜਨੀਤਿਕ ਧਿਰ ਦਾ ਆਰਗੇਨਾਈਜੇਸ਼ਨ ਸਟਰਕਚਰ ਕਿਵੇਂ ਹੋਣਾ ਚਾਹੀਦਾ, ਕਿਉਂਕਿ ਸਮਾਂ ਸਾਡੇ ਕੋਲ ਬਹੁਤ ਘੱਟ ਸੀ, 20 ਕੁ ਦਿਨ ਸੀਗੇ। 20 ਦਿਨ 'ਚ ਅਸੀਂ ਇਲੈਕਸ਼ਨ ਲੜਿਆ, ਫਿਰ ਵੀ ਤੁਹਾਡੀ ਦੁਆਵਾਂ ਸਦਕੇ 2.25 ਲੱਖ ਦੇ ਕਰੀਬ ਵੋਟ SSM ਦੇ ਕੈਂਡੀਡੇਟਸ ਨੂੰ ਪਈ, ਅਤੇ 26 ਦੇ ਕਰੀਬ ਜਿਹੜੇ NDA ਦੇ ਪਾਰਟਨਰ ਸੀਗੇ, ਚਾਹੇ ਉਹ BJP ਹੋਏ, ਚਾਹੇ ਕੈਪਟਨ ਸਾਹਿਬ ਦੀ ਪਾਰਟੀ, ਚਾਹੇ ਢੀਂਡਸਾ ਸਾਹਿਬ ਦੀ ਪਾਰਟੀ, ਅਤੇ ਉਹਨਾਂ ਦੇ 26 ਕੈਂਡੀਡੇਟ ਸਾਡੇ ਤੋਂ ਥੱਲੇ ਰਹੇ, ਅਤੇ ਤਕਰੀਬਨ 20 ਕੈਂਡੀਡੇਟ ਲੋਕ ਇਨਸਾਫ ਪਾਰਟੀ ਦੇ ਸਾਡੇ ਤੋਂ ਥੱਲੇ ਰਹੇ। ਚਲੋ ਇੱਕ ਹਵਾ ਚੱਲ ਰਹੀ ਸੀਗੀ ਬਦਲਾਵ ਦੀ, ਜਿਸ 'ਚ ਵੱਡੇ ਵੱਡੇ ਬੋਰਡ ਡਿੱਗੇ, ਅਤੇ ਉਸ 'ਚ SSM ਨਾਲ ਵੀ ਉਹੀ ਕੁਛ ਹੋਇਆ। ਪਰ ਸਮਾਂ ਸਾਡੇ ਕੋਲ ਉਹੀ 20 ਦਿਨ ਸੀਗੇ, ਲੋਕਾਂ ਨੂੰ ਸਮਝਾ ਅਸੀਂ ਸਮੇਂ ਸਿਰ ਨਹੀਂ ਪਾਏ, ਨਾ ਸਾਡੇ ਕੋਲ ਸਮਾਂ ਸੀਗਾ। ਫਿਰ ਵੀ ਅੱਜ ਸਾਡੇ ਕੈਂਡੀਡੇਟ ਖੜੇ ਨੇ ਜਿਨ੍ਹਾਂ ਨੂੰ ਇਹ ਭਰਮ ਭੁਲੇਖਾ ਵੀ ਸ਼ਾਇਦ SSM ਖਤਮ ਹੋ ਗਈ, ਅਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ SSM ਪੂਰੇ ਜ਼ੋਰ ਨਾਲ ਸਟਰੋਂਗ ਤਰੀਕੇ ਨਾਲ ਖੜੀ ਹੈ, ਅਤੇ ਸਾਡੇ 6 ਦੇ ਕਰੀਬ ਕੈਂਡੀਡੇਟ ਦੇ ਦਫ਼ਤਰ ਅੱਜ ਵੀ ਚੱਲ ਰਹੇ ਨੇ, ਅਤੇ ਅੱਗੇ ਵੀ ਅਸੀਂ ਕੈਂਡੀਡੇਟਸ ਨੂੰ ਦਫ਼ਤਰ ਖੋਲ੍ਹਣ ਵਾਸਤੇ ਕਹਿ ਤਿਆ। 15 ਨੂੰ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ 'ਚ ਵੱਡੇ ਫੈਸਲੇ ਦਿੱਤੇ ਜਾਣਗੇ। ਸੰਗਠਨਾਤਮਕ ਢਾਂਚਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਕਿ ਕਿਵੇਂ ਕੰਮ ਕਰਨਾ, ਇੱਕ ਵਰਕਿੰਗ ਕਮੇਟੀ, ਜ਼ਿਲ੍ਹਾ ਪੱਧਰੀ ਕਮੇਟੀਆਂ ਅਗਲੇ 2 ਮਹੀਨੇ 'ਚ ਸਾਡੀਆਂ ਫਾਈਨਲ ਹੋ ਕੇ ਗਰਾਊਂਡ 'ਤੇ ਆ ਜਾਣਗੀਆਂ। ਮੈਂਬਰਸ਼ਿਪ ਮੁਹਿੰਮ ਤੋਂ ਲੈ ਕੇ ਹੋਰ ਕਈ ਜਿਹੜੀ ਮੁਹਿੰਮ ਹੈਗੀ ਹੈ ਉਹ ਸਾਡੀ ਚੱਲਣੀ ਸ਼ੁਰੂ ਹੋ ਜਾਣਗੀਆਂ। ਅਤੇ ਇਹ ਤਾਂ ਜੋ SSM ਨੂੰ ਲੈ ਕੇ ਭਰਮ ਭੁਲੇਖਾ ਸੀ, ਉਹਨਾਂ ਬਾਰੇ ਸਪਸ਼ਟੀਕਰਨ ਦੇਣਾ ਬਣਦਾ ਸੀਗਾ, ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ। ਦੂਜਾ ਟੌਪਿਕ ਆ ਗਿਆ, ਸਾਡੇ ਕੁਝ ਸਾਥੀ ਕੱਲ੍ਹ ਵੀ ਅਖਬਾਰ 'ਚ ਮੈਂ ਅੱਜ ਵੀ ਦੇਖਿਆ ਕਿ 16 ਜਥੇਬੰਦੀਆਂ ਨੇ ਕਿਹਾ ਕਿ ਅਸੀਂ SSM ਦਾ ਸਾਥ ਛੱਡ ਦਿਆ। ਉਹ ਤੋਂ ਪਹਿਲਾਂ ਉਹੀ 16 ਵਿੱਚੋਂ 9 ਨੇ ਬਾਰ-ਬਾਰ ਸਟੇਟਮੈਂਟਾਂ ਦਿੱਤੀਆਂ ਕਿ ਅਸੀਂ SSM ਦੇ ਨਾਲ ਨਹੀਂ ਹੈਗੇ। ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੀ ਜਥੇਬੰਦੀਆਂ ਨੇ ਇਹ ਸਟੇਟਮੈਂਟ ਦਿੱਤੀ ਹੈ, ਸਾਡੇ ਭਰਾ ਨੇ, ਸਾਡੇ ਪਰਿਵਾਰ ਦੇ ਮੈਂਬਰ ਨੇ, ਪਰ ਸਭ ਤੋਂ ਹੈਰਤ ਦੀ ਗੱਲ ਇਹ ਹੈ ਕਿ ਉਹ 22 ਜਥੇਬੰਦੀਆਂ ਨੇ ਇਕੱਠੇ ਹੋ ਕੇ ਰਾਜੇਵਾਲ ਸਾਹਿਬ ਨੂੰ ਐਜ਼ ਏ ਮੁੱਖ ਮੰਤਰੀ ਚਿਹਰਾ ਅਨਾਊਂਸ ਕੀਤਾ, ਤੁਹਾਡੇ ਸਭ ਦੇ ਸਾਹਮਣੇ ਹੀ ਹੈ, ਪਬਲਿਕ ਡੋਮੇਨ 'ਚ। ਉਸ ਤੋਂ ਬਾਅਦ ਪ੍ਰਧਾਨ ਬਣਾਇਆ, ਉਸ ਤੋਂ ਬਾਅਦ ਫਿਰ ਉਹਨਾਂ ਨੇ ਉਸੀ ਜਿਹੜੀ ਜਥੇਬੰਦੀਆਂ ਨੇ ਮਿਲ ਕੇ ਕੈਂਡੀਡੇਟ ਅਨਾਊਂਸ ਕੀਤੇ। ਉਹਨਾਂ 'ਚੋਂ 80% ਜਥੇਬੰਦੀਆਂ ਨੇ ਕੈਂਡੀਡੇਟ ਵੀ ਆਪਣੇ ਦਿੱਤੇ ਕਿ ਇਹ ਬਈ ਸਾਡਾ ਕੈਂਡੀਡੇਟ ਉਹਨੂੰ ਉਤਾਰ ਦਿਓ। ਪਰ ਅਨਫੋਰਚੂਨੇਟਲੀ ਜਦੋਂ ਕੈਂਡੀਡੇਟ ਅਨਾਊਂਸ ਹੋ ਗਏ, ਉਸ ਤੋਂ ਬਾਅਦ ਉਹਨਾਂ 'ਚੋਂ ਹੀ 90% ਜਥੇਬੰਦੀਆਂ ਸਾਇਲੈਂਟ ਹੋ ਗਈਆਂ। ਉਹਨਾਂ ਨੇ ਇਲੈਕਸ਼ਨ 'ਚ ਕੋਈ ਪ੍ਰਚਾਰ ਨਹੀਂ ਕੀਤਾ, ਕੋਈ ਸਾਥ ਨਹੀਂ ਦਿੱਤਾ। ਇਹ ਕਲੈਰੀਫਿਕੇਸ਼ਨ ਜੇ ਚਾਹੀਦੀ ਵੀ ਹੈ, ਤੁਸੀਂ ਸਾਥੀਓ ਮੀਡੀਆ ਦੇ, ਅਤੇ ਤੁਹਾਡਾ ਹਰ ਜਗ੍ਹਾ ਰਿਸੋਰਸਿਸ ਹੈਗੇ ਨੇ, ਉਹ ਉਹਨਾਂ ਦੇ ਹਲਕੇ 'ਚ ਜਾ ਕੇ ਪੁੱਛ ਲਿਓ ਕਿ ਇੱਕ ਵੀ ਕੈਂਡੀਡੇਟ SSM ਦੇ ਹੱਕ 'ਚ ਉਹਨਾਂ ਨੇ ਵੋਟ ਮੰਗੀ ਹੋਵੇ, ਉਹ ਬਿਲਕੁਲ ਹੀ ਸਾਇਲੈਂਟ ਹੋ ਗਏ। ਸੋ ਅਨਆਫੀਸ਼ੀਅਲੀ ਤਾਂ ਉਹ ਚੱਲਦੇ ਇਲੈਕਸ਼ਨ 'ਚ ਹੀ ਜਿਹੜੇ SSM ਛੱਡ ਚੁੱਕੇ ਸੀਗੇ।
ਹੁਣ ਆਫੀਸ਼ੀਅਲ ਸਟੇਟਮੈਂਟਾਂ ਜਿਹੜੀਆਂ ਬਾਰ-ਬਾਰ ਆ ਰਹੀਆਂ ਨੇ, ਚਲੋ ਮੈਂ ਉਹਨੂੰ ਇੱਕ ਤਰ੍ਹਾਂ ਦਾ ਮਾਣ ਵੀ ਮਹਿਸੂਸ ਕਰਦਾ ਹਾਂ ਕਿ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਐਸਐਸਐਮ ਸਟਰੋਂਗ ਹੋ ਰਹੀ ਹੈ, ਤੇ ਇਸ ਕਰਕੇ ਸ਼ਾਇਦ ਕਿਵੇਂ ਆਪਾਂ ਇਹ ਕਹਿ ਲਈਏ ਚਾਹੇ ਵੀ ਨੁਕਸਾਨ ਕੀਤਾ ਜਾਵੇ ਐਸਐਸਐਮ ਨੂੰ। ਪਰ ਚਲੋ ਸਾਡੇ ਭਰਾ ਨੇ, ਸਾਡੇ ਸਾਥੀ ਨੇ, ਅਸੀਂ ਉਹਨਾਂ ਨੂੰ ਕੋਈ ਬਲੇਮ ਨਹੀਂ ਦਿੰਦੇ, ਉਲਟਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਪਰਸੈਪਸ਼ਨ ਜੋ ਪਬਲਿਕ 'ਚ ਬਣੀ ਸੀਗੀ ਕਿ ਐਸਐਸਐਮ ਸਿਰਫ ਕਿਸਾਨਾਂ ਦੀ ਜਥੇਬੰਦੀ ਹੈ, ਤੇ ਅਸੀਂ ਬਾਰ-ਬਾਰ ਕਹਿ ਰਹੇ ਸੀਗੇ ਸੰਯੁਕਤ ਸਮਾਜ ਮੋਰਚੇ ਦਾ ਮਤਲਬ ਇਹ ਹੈ ਕਿ ਹਰ ਇੱਕ ਸਮਾਜ ਦਾ ਵਰਗ, ਡਾਕਟਰ, ਇੰਜੀਨੀਅਰ, ਚਾਹੇ ਕੋਈ ਇੰਡਸਟਰੀਲਿਸਟ ਹੋਵੇ, ਹਰ ਸਮਾਜ ਦਾ ਵਰਗ ਐਸਐਸਐਮ ਦਾ ਪਾਰਟ ਹੈ। ਪਰ ਹੁਣ ਆਪੇ ਹੀ ਕਲੀਅਰ ਹੁੰਦਾ ਜਾ ਰਿਹਾ ਲੋਕਾਂ ਨੂੰ ਕਿ ਜਦੋਂ ਜਥੇਬੰਦੀਆਂ ਅਲੱਗ ਹੋ ਰਹੀਆਂ ਨੇ ਤਾਂ ਇਹਦਾ ਮਤਲਬ ਇਹ ਕਲੀਅਰ ਹੈ ਕਿ ਐਸਐਸਐਮ ਹੁਣ, ਸਾਨੂੰ ਇਹ ਭਰਮ ਭੁਲੇਖੇ ਲੋਕਾਂ ਦੇ ਕੱਢਣ ਦੀ ਲੋੜ ਨਹੀਂ ਕਿ ਐਸਐਸਐਮ ਇਕੱਲਾ ਕਿਸਾਨਾਂ ਦੀ ਪਾਰਟੀ ਨਹੀਂ, ਸਮਾਜ ਦੀ ਪਾਰਟੀ ਹੈ। ਤੇ ਨਾਲ ਸਾਨੂੰ ਵੀ ਹੁਣ ਡਿਸੀਜਨ ਲੈਣ 'ਚ ਹੋਰ ਸੌਖਾ ਹੋ ਜਾਏਗਾ। ਅਸੀਂ ਬਿਲਕੁਲ ਗਰਾਊਂਡ ਲੈਵਲ ਤੇ ਵਧੀਆ ਕੈਂਡੀਡੇਟ ਦੀ ਪਰਖ ਕਰਕੇ, ਅਹੁਦੇਦਾਰਾਂ ਦੀ ਪਰਖ ਕਰਕੇ ਅਸੀਂ ਲਾ ਸਕਾਂਗੇ। ਅਸੀਂ ਵੀ ਕੋਈ ਬਾਉਂਡ ਨਹੀਂ ਹੋਵਾਂਗੇ ਕਿਸੇ ਦੇ ਡਿਸੀਜਨ ਤੇ ਇਹ ਕੰਮ ਜਿਹੜਾ ਖੈਰ ਜਿਹਨੂੰ ਕਹਿੰਦੇ ਪੰਜਾਬ ਦੇ ਹਿੱਤ 'ਚ ਵੀ ਜਾਊਗਾ। ਬਾਕੀ ਫੇਰ ਮੈਂ ਦੁਬਾਰਾ ਕਹਿਣਾ ਚਾਹੁੰਦਾ ਐਸਐਸਐਮ 'ਚ ਸਭ ਦਾ ਸਵਾਗਤ ਹੈ। ਫੇਰ ਰਿਪੀਟ ਕਰਨਾ ਚਾਹੁੰਦਾ ਐਸਐਸਐਮ ਪੋਲੀਟੀਕਲ ਆਊਟਫਿਟ ਹੈ। ਫੇਰ ਦੱਸਣਾ ਚਾਹੁੰਦਾ ਹੈ ਕਿ ਐਸਐਸਐਮ ਪੰਜਾਬ ਦੀ ਖੇਤਰੀ ਪਾਰਟੀ ਹੈ। ਇਹ ਨਾ ਤਾਂ ਕਦੀ ਦਿੱਲੀੋਂ ਚੱਲੀ ਹੈ, ਨਾ ਕਦੀ ਕਿਤੇ ਹੋਰ ਪਾਸੇ ਚੱਲੀ ਹੈ। ਇਹ ਪੰਜਾਬ ਦੀ ਪਾਰਟੀ ਤੇ ਪੰਜਾਬ ਤੋਂ ਹੀ ਚੱਲੇਗੀ। ਇਹ ਤਾਂ ਹੋ ਗਈ। ਹੁਣ ਤੀਸਰੀ ਜਿਹੜੀ ਅਹਿਮ ਮੁੱਦਾ, ਜਿਸ ਮੁੱਦੇ ਦਾ ਧਿਆਨ ਕੇਂਦਰਿਤ ਮੈਂ ਕਰਨਾ ਚਾਹੁੰਦਾ ਸਾਡੇ ਸਾਰੇ ਪੰਜਾਬ ਵਾਸੀਆਂ ਤੇ, ਤੁਸੀਂ ਦੇਖਿਆ ਹੋਊਗਾ ਪੰਜਾਬ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ, ਐਂਟੀ ਕਰਪਸ਼ਨ ਨੰਬਰ, ਵੀ ਜੇ ਕੋਈ ਕਰਪਸ਼ਨ ਕਰਦਾ ਤੇ ਉਸ ਤੇ ਵੀਡੀਓ ਪਾਓ, ਵੀਡੀਓ ਪਾ ਕੇ ਦੱਸੋ। ਅਸੀਂ ਸਵਾਗਤ ਕਰਦੇ ਉਸ ਦਾ, ਕਿਉਂਕਿ ਪੰਜਾਬ ਜੇ ਕਰਪਸ਼ਨ ਮੁਕਤ ਹੋਏਗਾ ਤਾਂ ਹੀ ਸਾਡਾ ਬਜਟ ਉੱਤੇ ਜਾਏਗਾ, ਤਾਂ ਹੀ ਅਸੀਂ ਕਰਜ਼ਾ ਮੁਕਤ ਹੋਵਾਂਗੇ, ਤਾਂ ਹੀ ਪੰਜਾਬ ਖੁਸ਼ਹਾਲ ਪੰਜਾਬ ਹੋਏਗਾ। ਪਰ ਬੜੇ ਅਫਸੋਸ ਦੀ ਗੱਲ ਹੈ, ਪਿੱਛੇ ਵੀਡੀਓਜ਼ ਤੁਸੀਂ ਸਾਥੀਆਂ ਨੇ ਵੀ ਆਪਣੇ ਚੈਨਲਸ ਤੇ ਚਲਾਈਆਂ ਕਿ ਕਿਵੇਂ ਸਰਕਾਰ ਨਾਲ ਜੁੜੇ ਐਮਐਲਏ ਅਹੁਦੇਦਾਰ ਕੋਈ ਸਕੂਲ 'ਚ ਵੜ ਜਾਂਦਾ ਹੈ ਉਹਨਾਂ ਦੀ ਵੀਡੀਓ ਬਣਾਉਂਦਾ ਹੈ, ਕੋਈ ਹਸਪਤਾਲ 'ਚ ਵੜ ਜਾਂਦਾ ਉਹਨਾਂ ਦੀ ਵੀਡੀਓ ਬਣਾਉਂਦਾ ਹੈ, ਕੋਈ ਕਿਤੇ ਜਾ ਕੇ ਜਿਹੜੇ ਇੰਪਲਾਈਜ਼ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਇਹ ਸੋਚ ਕੇ ਸਾਡੇ ਭਲੇ ਦੀ, ਸਾਡੇ ਹਿੱਤ ਦੀ ਗੱਲ ਕਰੂਗੀ, ਉਹ ਸਰਕਾਰ ਅੱਜ ਉਸੇ ਇੰਪਲਾਈਜ਼ ਤੇ ਡਾਊਟ ਕਰ ਰਹੀ ਵੀ ਸ਼ਾਇਦ ਸਾਰਾ ਪੰਜਾਬ ਹੀ ਕਰਪਟ ਹੈ। ਜੋ ਟੀਆਰਪੀ ਵੀ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਹੈ, ਉਹ ਸਭ ਨੂੰ ਹਮੇਸ਼ਾ ਹੀ ਕਹਿੰਦੇ ਵੀ ਸਾਰੇ ਕਰਪਟ ਹੈ, ਸਿਰਫ ਅਸੀਂ ਇਮਾਨਦਾਰ ਹੈ। ਤਾਂ ਇਹ ਸੋਚ ਪਾਰਟੀ ਨੂੰ ਬਦਲਣੀ ਚਾਹੀਦੀ ਹੈ, ਸਰਕਾਰ ਨੂੰ ਬਦਲਣੀ ਚਾਹੀਦੀ ਹੈ। ਤੇ ਲੋਕਾਂ ਨਾਲ ਇਹੋ ਜਿਹਾ ਜਿਹੜਾ ਨਜ਼ਰੀਆ ਸਰਕਾਰ ਦਾ ਜਿਹੜਾ ਹੈਗਾ ਕਿ ਹਰੇਕ ਨੂੰ ਕਰਪਟ ਸਮਝਣਾ, ਉਹ ਨਹੀਂ ਰੱਖਣਾ ਚਾਹੀਦਾ। ਮੇਰੀ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ। ਉਹਦੇ ਨਾਲ ਹੀ ਲੋਕਾਂ ਨੂੰ ਵੀ ਇੱਕ ਅਧਿਕਾਰ ਹੈ, ਸਰਕਾਰ ਨੇ ਲੋਕਾਂ ਵਾਸਤੇ ਕਿ ਲੋਕ ਕਿਤੇ ਕਰਪਟ ਨਾ ਹੋਣ, ਇੱਕ ਹੈਲਪਲਾਈਨ ਨੰਬਰ ਜਾਰੀ ਕਰਤਿਆ। ਪਰ ਜੇ ਕਿਤੇ ਸਰਕਾਰ 'ਚ ਬੈਠੇ ਕੋਈ ਐਮਐਲਏ ਜਾਂ ਕੋਈ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਜਾਂ ਕੋਈ ਹੋਰ ਅਹੁਦੇਦਾਰ ਮੀਨਸ ਇਲੈਕਟਿਡ ਪਰਸਨ, ਚੁਣਿਆ ਹੋਇਆ ਬੰਦਾ, ਚੁਣਿਆ ਹੋਇਆ ਨੁਮਾਇੰਦਾ, ਜੇ ਕੋਈ ਕਰਪਸ਼ਨ ਕਰਦਾ ਹੈ ਕਿ ਸਰਕਾਰ ਉਹਦੀ ਕਰਪਸ਼ਨ ਦੇ ਖਿਲਾਫ ਐਕਸ਼ਨ ਲਊਗੀ? ਮੇਰੇ ਹਿਸਾਬ ਨਾਲ ਤਾਂ ਨਹੀਂ ਲਊਗੀ। ਆਪਣੇ ਬੰਦੇ ਦੇ ਖਿਲਾਫ ਤਾਂ ਉਹਦੇ ਖਿਲਾਫ ਐਕਸ਼ਨ ਕੌਣ ਲਊਗਾ? ਤੇ ਮੈਂ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਨੀਂਹ ਰੱਖੀ ਗਈ ਸੀਗੀ ਉਹ ਸਸ਼ਕਤ ਲੋਕਪਾਲ ਤੇ ਐਂਟੀ ਕਰਪਸ਼ਨ ਮੂਵਮੈਂਟ ਤੋਂ ਨਿਕਲੀ ਹੋਈ ਪਾਰਟੀ ਹੈ। ਅਸੀਂ ਵੀ 2013 'ਚ ਮੈਂਬਰ ਸੀਗੇ, ਅਸੀਂ ਵੀ ਇਸ ਮੁਹਿੰਮ ਨੂੰ ਲੈ ਕੇ ਤੁਰੇ ਸੀਗੇ। ਪੰਜਾਬ 'ਚ ਆਲਰੇਡੀ ਇੱਕ ਲੋਕਪਾਲ ਦੀ ਨਿਯੁਕਤੀ ਹੋਈ ਹੈ, ਜਿਹੜਾ ਦਫ਼ਤਰ ਸੈਕਟਰ 17 'ਚ ਹੈ, ਐਸਸੀਓ ਨੰਬਰ 149 152। ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਨੋਟ ਜ਼ਰੂਰ ਕਰ ਲੈਣ ਨੰਬਰ, ਇਹ ਤੁਹਾਡੇ ਬੜੇ ਕੰਮ ਆਉਣ ਵਾਲਾ ਜੋ ਮੈਂ ਅਗਲੀ ਗੱਲ ਦੱਸਣੀ ਹੈ। ਐਸਸੀਓ 149 152 ਫਸਟ ਫਲੋਰ ਸੈਕਟਰ 17 ਸੀ। ਇਹ ਪੰਜਾਬ ਲੋਕਪਾਲ ਦਾ ਐਡਰੈਸ ਹੈ। ਕੌਣ ਹੈ ਲੋਕਪਾਲ, ਇਹ ਦੱਸਣਾ ਪੰਜਾਬੀਆਂ ਨੂੰ ਬੜੀ ਜ਼ਰੂਰੀ ਹੈ। ਆਉਣ ਵਾਲੇ ਸਮਾਂ 'ਚ ਅਸੀਂ ਜ਼ਿਲ੍ਹਾ ਪੱਧਰੀ ਮੁਹਿੰਮ ਵੀ ਚਲਾਵਾਂਗੇ ਕਿ ਲੋਕਾਂ ਨੂੰ ਅਵੇਅਰ ਕਰੀਏ ਵੀ ਜਿਹੜਾ ਐਮਐਲਏ ਆ ਕੇ ਮੋਬਾਈਲ ਫੜ ਕੇ ਤੁਹਾਡੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੁਹਾਡੀ ਵਾਇਰਲ ਕਰਦਾ, ਤੁਹਾਡੇ ਇੰਟੀਗ੍ਰਿਟੀ ਡਾਊਟ ਕਰਦਾ ਹੈ, ਤੁਹਾਡੇ ਤੇ ਸ਼ੱਕ ਕਰਦਾ ਹੈ ਵੀ ਕਿਤੇ ਤੁਸੀਂ ਕਰਪਟ ਨਾ ਹੋ ਜਾਂ ਕਿਤੇ ਤੁਸੀਂ ਧੋਖਾ ਨਾ ਕਰ ਰਹੇ ਹੋ ਲੋਕਾਂ ਨਾਲ, ਤਾਂ ਤੁਹਾਡੇ ਕੋਲ ਵੀ ਹੱਕ ਹੈ ਕਿ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਦੇ ਕਰੀ ਹੋਈ ਕਰਪਸ਼ਨ ਕੋਈ ਹੋਵੇ, ਕੋਈ ਡਾਕੂਮੈਂਟਰੀ ਪ੍ਰੂਫ ਹੋਵੇ, ਕਿਸੇ ਚੁਣੇ ਹੋਏ ਨੁਮਾਇੰਦੇ ਨੇ, ਚਾਹੇ ਐਮਸੀ ਹੋਵੇ, ਚਾਹੇ ਮੇਅਰ ਹੋਵੇ, ਚਾਹੇ ਐਮਸੀ ਪ੍ਰੈਜ਼ੀਡੈਂਟ ਹੋਵੇ, ਚਾਹੇ ਕੋਈ ਐਮਐਲਏ ਹੋਵੇ, ਚਾਹੇ ਕੋਈ ਮੰਤਰੀ ਹੋਵੇ, ਚਾਹੇ ਮੁੱਖ ਮੰਤਰੀ ਵੀ ਹੋਵੇ। ਮੈਨੂੰ ਯਾਦ ਹੈ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਲੋਕਪਾਲ ਦੇ ਦਾਇਰੇ 'ਚ ਮੁੱਖ ਮੰਤਰੀ ਨੂੰ ਵੀ ਲੈ ਕੇ ਆਵਾਂਗੇ। ਪੰਜਾਬ 'ਚ ਆਲਰੇਡੀ ਲੋਕਪਾਲ ਦੇ ਦਾਇਰੇ 'ਚ ਮੁੱਖ ਮੰਤਰੀ ਸਾਹਿਬ ਵੀ ਹੈਗੇ ਨੇ। ਸੋ ਮੈਂ ਉਹੀ ਅਪੀਲ ਕਰਦਾ ਕਿ ਲੋਕ ਜਿਹੜੇ ਨੇ, ਇੱਕ ਫਾਰਮ ਹੈ, ਇਹ ਮੈਂ ਤੁਹਾਨੂੰ ਸੈਂਡ ਵੀ ਕਰ ਦੂੰਗਾ ਤੁਹਾਡੇ ਨੰਬਰਾਂ ਤੇ। ਫਾਰਮ ਏ ਹੈਗਾ ਕੰਪਲੇਂਟ। ਤੁਸੀਂ ਕੰਪਲੇਂਟ ਕਿਵੇਂ ਡਰਾਫਟ ਕਰਨੀ ਹੈ? ਜੇ ਕੋਈ ਪਬਲਿਕ ਰਿਪਰੈਜ਼ੈਂਟੇਟਿਵ, ਕੋਈ ਐਮਐਲਏ, ਕੋਈ ਐਮਸੀ, ਕੋਈ ਮੰਤਰੀ, ਮੁੱਖ ਮੰਤਰੀ
ਜੇ ਕੋਈ ਵੀ ਕਰਪਸ਼ਨ ਕਰਦਾ, ਕੋਈ ਨਜਾਇਜ਼ ਕਬਜ਼ਾ ਕੀਤਾ ਹੋਇਆ, ਕੋਈ ਨਜਾਇਜ਼ ਕਬਜ਼ੇ ਕਰ ਰਿਹਾ ਹੈ, ਜਿਵੇਂ ਪਿੱਛੇ ਬੜੀਆਂ ਮੀਡੀਆ 'ਚ ਵੀਡੀਓ ਵਾਇਰਲ ਹੋਈਆਂ ਕਿ ਨਜਾਇਜ਼ ਕਬਜ਼ੇ ਲਿੱਤੇ ਜਾ ਰਹੇ ਟਰਾਂਸਪੋਰਟ ਡਿਪਾਰਟਮੈਂਟ ਦੇ, ਮਤਲਬ ਸੌਰੀ ਉਹਦੇ ਟਰਾਂਸਪੋਰਟ ਦੇ ਟਰੱਕ ਯੂਨੀਅਨਾਂ ਦੇ ਕਬਜ਼ੇ ਲਿੱਤੇ ਜਾ ਰਹੇ ਨੇ, ਤੇ ਉਹ ਵੀ ਅਨਕਨਸਟੀਟਿਊਸ਼ਨਲ ਹੈ। ਤੁਸੀਂ ਸੰਵਿਧਾਨ ਦੀ ਸਹੁੰ ਖਾਂਦੇ ਹੋ, ਤੁਸੀਂ ਇਹ ਕਬਜ਼ੇ ਨਹੀਂ ਦੇ ਸਕਦੇ। ਫਿਰ ਇਹ ਕੰਪਲੇਂਟ ਹੈ। ਦੂਜਾ ਹੈ ਫਾਰਮ ਬੀ। ਫਾਰਮ ਬੀ ਹੈਗਾ ਐਫੀਡੇਵਿਟ। ਤੁਸੀਂ ਇਹ ਐਫੀਡੇਵਿਟ ਡਰਾਫਟ ਕਰਨਾ ਹੈ, 3 ਰੁਪਏ ਤੋਂ ਜਾਂ 5 ਰੁਪਏ ਦੇ ਸਟਾਂਪ ਪੇਪਰ ਤੇ ਐਫੀਡੇਵਿਟ ਦੇ ਕੇ ਉਹਨੂੰ ਨੋਟਰਾਈਜ਼ ਕਰਵਾਉਣਾ ਹੈ। ਨੋਟਰਾਈਜ਼ ਕਰਵਾ ਕੇ ਜਿਹੜਾ ਤੁਹਾਨੂੰ ਐਡਰੈਸ ਦੱਸਿਆ, ਪੂਰੀ ਕੰਪਲੇਂਟ ਬਣਾ ਕੇ ਅਲੋਂਗ ਵਿਦ ਡਾਕੂਮੈਂਟਸ, ਮਤਲਬ ਸਰਕਾਰ ਨੇ ਤੁਹਾਡੀ ਕਰਪਸ਼ਨ ਨੂੰ ਰੋਕਣ ਵਾਸਤੇ ਨੰਬਰ ਜਾਰੀ ਕੀਤਾ ਹੈ। ਅੱਜ ਅਸੀਂ ਤੁਹਾਨੂੰ ਇਹ ਫਾਰਮ ਜਾਰੀ ਕਰ ਰਹੇ ਹਾਂ ਵੀ ਜੇ ਸਰਕਾਰ ਕਰਪਸ਼ਨ ਕਰਦੀ ਤਾਂ ਤੁਸੀਂ ਕੀ ਕਰਨਾ ਹੈ। ਜੇ ਸਰਕਾਰ ਕਰਪਸ਼ਨ ਕਰਦੀ ਹੈ, ਲੋਕਪਾਲ ਦਾ ਉੱਪਰ ਟੂ ਦਾ ਲੋਕਪਾਲ ਕਰਕੇ ਪੂਰਾ ਇਹ ਡਰਾਫਟ ਕਰਕੇ ਬਣਾ ਕੇ 1000 ਰੁਪਏ ਦਾ ਡਰਾਫਟ ਨਾਲ ਲੱਗੂਗਾ। ਇਹ ਟੂ ਦਾ ਲੋਕਪਾਲ ਪੰਜਾਬ ਪੇ ਬਿਲ ਐਕਟ ਚੰਡੀਗੜ੍ਹ ਕਰਕੇ ਉਹ ਤੁਸੀਂ ਜਾ ਕੇ ਉੱਥੇ ਕੰਪਲੇਂਟ ਫਾਈਲ ਕਰਨੀ ਹੈ ਤੇ ਲੋਕਪਾਲ ਸਾਹਿਬ ਇਸ ਤੇ ਮਾਨਯੋਗ ਲੋਕਪਾਲ ਜੀ ਇਸ ਤੇ ਕਾਰਵਾਈ ਕਰਨ ਵਾਸਤੇ ਡਾਇਰੈਕਸ਼ਨਸ ਦੇਣਗੇ, ਚਾਹੇ ਉਹ ਡੀਜੀਪੀ ਪੰਜਾਬ ਨੂੰ ਲਿਖਣ, ਚਾਹੇ ਹੋਰ ਅਦਾਰਿਆਂ ਨੂੰ ਲਿਖਣ। ਤੋ ਇਹ ਬੜਾ ਜ਼ਰੂਰੀ ਹੈ ਕਿ ਇਕੱਲੇ ਜਿਹੜਾ ਤੁਹਾਡੇ ਕੋਲ ਹੁਣ ਫੋਨ ਚੱਕ ਕੇ ਤੁਹਾਡੀ ਵੀਡੀਓ ਬਣਾ ਕੇ ਤੁਹਾਨੂੰ ਕਰਪਟ ਸਾਬਿਤ ਕਰਨ ਦੀ ਕੋਸ਼ਿਸ਼ ਕਰੇਗਾ, ਕੋਈ ਵੀ ਪਬਲਿਕ ਰਿਪਰੈਜ਼ੈਂਟੇਟਿਵ ਹੈ, ਤਾਂ ਤੁਹਾਡੇ ਕੋਲ ਵੀ ਹੱਕ ਹੈ ਤੁਸੀਂ ਉਹਦੀ ਵੀਡੀਓ ਬਣਾ ਕੇ ਉਹਨੂੰ ਪੁੱਛੋ ਵੀ ਇਹ ਅਧਿਕਾਰ ਤੁਹਾਨੂੰ ਕਿਹਨੇ ਦਿੱਤਾ। ਡਿਪਾਰਟਮੈਂਟ ਦਾ ਕੋਈ ਨੁਮਾਇੰਦਾ ਹੋਵੇ, ਉਹ ਆ ਕੇ ਤੁਹਾਨੂੰ ਪੁੱਛ ਸਕਦਾ ਵੀ ਤੁਸੀਂ ਲੇਟ ਕਿਉਂ ਹੋ ਗਏ, ਜਾਂ ਫਿਰ ਤੁਸੀਂ ਕੰਮ ਕਿਉਂ ਨਹੀਂ ਕਰ ਰਹੇ, ਤੁਸੀਂ ਸੀਟ ਤੇ ਕਿਉਂ ਨਹੀਂ ਹੈਗੇ, ਜਾਂ ਫਿਰ ਕੰਸਰਨਡ ਮੰਤਰੀ ਜੋ ਹੈ ਉਸ ਡਿਪਾਰਟਮੈਂਟ ਦਾ ਉਹ ਆ ਕੇ ਪੁੱਛ ਸਕਦਾ। ਇਹ ਨਹੀਂ ਹੈ ਵੀ ਕੋਈ ਵੀ ਆ ਕੇ ਤੁਹਾਨੂੰ ਪੁੱਛੇ। ਐਮਐਲਏ ਦਾ ਮਤਲਬ ਹੁੰਦਾ ਪਬਲਿਕ ਰਿਪਰੈਜ਼ੈਂਟੇਟਿਵ, ਲੋਕਾਂ ਦੇ ਨੌਕਰ। ਇਹ ਆਪ ਸਰਕਾਰ ਬਾਰ-ਬਾਰ ਕਹਿੰਦੀ ਹੈ, ਸੀਐਮ ਸਾਹਿਬ ਵੀ ਬਾਰ-ਬਾਰ ਇਹ ਚੀਜ਼ ਨੂੰ ਕਹਿੰਦੇ ਹੈ। ਹੁਣ ਪਿੱਛੇ ਵੀ ਉਹਨਾਂ ਨੇ ਕਿਹਾ ਹੋਇਆ ਹਰੇਕ ਡੀਸੀ ਆਫਿਸ 'ਚ, ਹਰੇਕ ਜ਼ਿਲ੍ਹੇ 'ਚ ਮੁੱਖ ਮੰਤਰੀ ਦਫ਼ਤਰ ਚੱਲੂਗਾ। ਤੇ ਮੈਂ ਤਾਂ ਬੇਨਤੀ ਕਰਦਾ ਹਰੇਕ ਜ਼ਿਲ੍ਹੇ 'ਚ ਲੋਕਪਾਲ ਦਫ਼ਤਰ ਵੀ ਚਲਾਉਣ ਉਹ, ਕਿਉਂਕਿ ਹਰ ਇੱਕ ਗੱਲ ਪਬਲਿਕ ਤੇ ਹੀ ਕਿਉਂ ਫਿੱਟੋ, ਹਰ ਇੱਕ ਚੀਜ਼ ਨੂੰ ਪਬਲਿਕ ਹੀ ਕਿਉਂ ਜ਼ਿੰਮੇਵਾਰ ਹੋਵੇ। ਉਲਟਾ ਜਿਹੜੀ 1000 ਰੁਪਏ ਫੀਸ ਵੀ ਹੈਗੀ, ਮੈਂ ਹੱਥ ਜੋੜ ਕੇ ਬੇਨਤੀ ਕਰੂੰ ਸਰਕਾਰ ਨੂੰ ਕਿ ਲੋਕਪਾਲ ਦਾ ਵੀ ਹੈਲਪਲਾਈਨ ਨੰਬਰ ਚਲਾਇਆ ਜਾਵੇ। 1000 ਰੁਪਏ ਫੀਸ ਜਿਹੜੀ ਹੈ ਐਗਜ਼ੈਂਪਟ ਕੀਤੀ ਜਾਵੇ ਵੀ ਜਦੋਂ ਤਾਂ ਸਰਕਾਰੀ ਮੁਲਾਜ਼ਮ ਦੇ ਖਿਲਾਫ ਕਿਸੇ ਨੇ ਕੰਪਲੇਂਟ ਦੇਣੀ ਹੈ ਤਾਂ ਉਹਦਾ ਕੋਈ ਪੈਸਾ ਨਹੀਂ ਲੱਗਣਾ। ਜਦੋਂ ਉਸ ਸਰਕਾਰੀ ਮੁਲਾਜ਼ਮ ਜਾਂ ਪੰਜਾਬ ਦੇ ਲੋਕਾਂ ਨੇ ਕਿਸੇ ਐਮਐਲਏ ਦੇ, ਕਿਸੇ ਐਮਸੀ ਦੇ ਜਾਂ ਕਿਸੇ ਮੰਤਰੀ ਦੇ ਜਾਂ ਕਿਸੇ ਮੁੱਖ ਮੰਤਰੀ ਦੇ ਖਿਲਾਫ ਕੰਪਲੇਂਟ ਦੇਣੀ ਹੈ ਤਾਂ ਉਹਨੂੰ ਪੈਸੇ ਪੇ ਕਰਨੇ ਪੈਂਦੇ ਆ। ਇਹ ਕਿੱਧਰ ਦਾ ਅਸੂਲ ਹੋਇਆ। ਸੋ ਉਹਨਾਂ ਨੂੰ ਉਹ 1000 ਰੁਪਏ ਵੀ ਐਗਜ਼ੈਂਪਟ ਕਰਨੇ ਚਾਹੀਦੇ ਹੈ। ਤੇ ਵੱਧ ਤੋਂ ਵੱਧ ਜਿਹਨੂੰ ਵੀ ਲੱਗਦਾ ਹੈ, ਫਿਰ ਦੁਬਾਰਾ ਰਿਪੀਟ ਕਰਦਾ ਹੈ ਕਿ ਸਰਕਾਰ ਕਿਸੇ ਨਾਲ ਧੱਕਾ ਕਰ ਰਹੀ ਹੈ, ਧੱਕਾ ਮੀਨਸ ਕਰਪਸ਼ਨ ਕਰ ਰਹੀ ਹੈ, ਚਾਹੇ ਕੋਈ ਮਾਈਨਿੰਗ ਹੋ ਗਿਆ, ਚਾਹੇ ਕੋਈ ਹੋਰ ਡਿਪਾਰਟਮੈਂਟ ਹੋ ਗਏ, ਕਿਤੇ ਵੀ ਡਿਪਾਰਟਮੈਂਟ ਕੋਈ ਕਰਪਸ਼ਨ ਕਰਦੀ ਹੈ ਤਾਂ ਤੁਸੀਂ ਲੋਕਪਾਲ ਨੂੰ ਸੰਪਰਕ ਕਰ ਸਕਦੇ ਹੋ। ਇਹਦੇ ਨਾਲ ਹੀ ਸੰਯੁਕਤ ਸਮਾਜ ਮੋਰਚਾ ਵੀ ਜਿਹੜਾ ਹੈਗਾ ਇਸ ਤੇ ਨਿਗਾਹ ਰੱਖੇਗਾ ਕੰਪਲੇਂਟਾਂ ਦੇ ਉੱਤੇ। ਹਰ 2 ਜਾਂ 3 ਮਹੀਨੇ ਬਾਅਦ ਲੋਕਪਾਲ ਆਫਿਸ ਵਿਜ਼ਿਟ ਕਰਕੇ ਪੁੱਛੇਗਾ ਵੀ ਕਿੰਨੀ ਕੰਪਲੇਂਟਸ ਆਈਆਂ, ਉਸ 'ਤੇ ਕੀ ਕਾਰਵਾਈ ਹੋਈ, ਤਾਂ ਕਿ ਜੇ ਸਰਕਾਰ ਲੋਕਾਂ ਤੋਂ ਉਮੀਦ ਕਰਦੀ ਹੈ ਕਿ ਕਰਪਸ਼ਨ ਫ੍ਰੀ ਹੋਣ ਤਾਂ ਲੋਕਾਂ ਨੂੰ ਵੀ ਹੱਕ ਹੈ ਕਿ ਉਹ ਸਰਕਾਰ ਤੇ ਉਮੀਦ ਕਰਨ ਵੀ ਸਰਕਾਰ ਵੀ ਕਰਪਸ਼ਨ ਫ੍ਰੀ ਹੋਵੇ। ਤੇ ਮੈਨੂੰ ਆਸ ਤੇ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਕਰਪਸ਼ਨ ਫ੍ਰੀ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਨਗੇ। ਤੇ ਇਹਦੇ ਨਾਲ ਹੀ ਇੱਕ ਜਿਹੜਾ 14 ਤਰੀਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਹੈ ਤੇ ਸੰਯੁਕਤ ਸਮਾਜ ਮੋਰਚੇ ਦੇ ਸਾਰੇ ਕੈਂਡੀਡੇਟਸ ਨੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਲੀਕਣੇ, ਉਹਦੇ ਵਾਸਤੇ ਤੈਅ ਹੋਇਆ ਹੈ ਤੇ ਉਹ ਲੀਕੇ ਜਾਣਗੇ। ਤੇ ਨਾਲ ਹੀ ਮੇਰੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਸਰਕਾਰ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਫੋਟੋ ਪਿੱਛੇ ਆਪਣੇ ਲਾਈ ਹੈ, ਬਹੁਤ ਵਧੀਆ ਗੱਲ ਹੈ, ਸ਼ਲਾਘਾਯੋਗ ਕਦਮ ਹੈ। ਤੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਵੀ ਨਾਲ ਜ਼ਰੂਰ ਲੱਗਣੀ ਚਾਹੀਦੀ ਹੈ ਕਿਉਂਕਿ ਉਹ ਆਲਰੇਡੀ ਪਹਿਲਾਂ ਵੀ ਲੱਗੀ ਹੋਈ ਸੀਗੀ। ਪਰ ਉਹਦੇ ਨਾਲ ਹੀ ਸਰਕਾਰ ਨੂੰ ਇੱਕ ਬੇਨਤੀ ਵੀ ਹੈ ਵੀ ਸਿਰਫ ਫੋਟੋ ਲਾ ਕੇ ਕੰਮ ਨਹੀਂ ਚੱਲਣਾ। ਫੋਟੋ ਦਾ ਮਤਲਬ ਫਿਰ ਇਹਦਾ ਤੁਸੀਂ ਰਾਜਨੀਤੀ ਕਰ ਰਹੇ ਹੋ, ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੇ ਹੋ। ਜਿਹੜਾ ਕੱਲ੍ਹ ਇੱਕ ਕਹਾਣ ਹੋਇਆ, ਮੀਡੀਆ ਚੱਲਿਆ ਕਿ ਚੀਫ ਸੈਕਟਰੀ ਨੂੰ ਦਿੱਲੀ ਬੁਲਾਇਆ ਗਿਆ, ਬਿਜਲੀ ਬੋਰਡ ਦੇ ਨੁਮਾਇੰਦਿਆਂ ਨੂੰ ਦਿੱਲੀ ਬੁਲਾਇਆ ਗਿਆ ਤੇ ਉੱਥੇ ਬੁਲਾ ਕੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਮੀਟਿੰਗ ਲਿੱਤੀ। ਯਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਸ 'ਚ ਇਨਵੋਲਵ ਨਹੀਂ ਸੀਗੇ। ਉਹ ਮੀਡੀਆ ਤੋਂ ਮੈਂ ਜੋ ਖਬਰਾਂ ਸੁਣੀਆਂ ਹੈਗੀਆਂ। ਤੇ ਜੋ ਬਾਬਾ ਸਾਹਿਬ ਨੇ ਸੰਵਿਧਾਨ ਦਿੱਤਾ, ਪਹਿਲੀ ਵਾਰੀ ਹਿੰਦੁਸਤਾਨ ਦੀ ਹਿਸਟਰੀ 'ਚ ਹੋਇਆ ਕਿ ਦੂਜੇ ਸੂਬੇ ਦਾ ਮੁੱਖ ਮੰਤਰੀ ਕਿਸੇ ਹੋਰ ਸੂਬੇ 'ਚ ਡਾਇਰੈਕਟ ਇੰਟਰਫੇਅਰ ਕਰ ਰਿਹਾ ਐਡਮਿਨਿਸਟ੍ਰੇਟਿਵ। ਚਲੋ ਸਰਕਾਰ ਦਿੱਲੀ ਤੋਂ ਚੱਲਦੀ ਹੈ, ਤੁਹਾਡਾ ਪੋਲੀਟੀਕਲ ਡਿਸੀਜਨ ਹੋ ਸਕਦੇ ਆ, ਪੋਲੀਟੀਕਲ ਇੰਟਰਫੇਅਰੈਂਸ ਹੋ ਸਕਦੀ ਹੈ, ਬਟ ਐਡਮਿਨਿਸਟ੍ਰੇਟਿਵ ਇੰਟਰਫੇਅਰੈਂਸ ਜਿਹੜੀ ਹੈਗੀ ਹੈ ਉਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਬਣਾਏ ਹੋਏ ਸੰਵਿਧਾਨ ਦੀ ਸਿੱਧੀ ਉਲੰਘਣਾ ਹੈ। ਤਾਂ ਮੈਂ ਫਿਰ ਸਰਕਾਰ ਨੂੰ ਬੇਨਤੀ ਕਰੂੰਗਾ
कि ਜੀ ਸਦ ਕੇ ਤੁਸੀਂ ਬਾਬਾ ਸਾਹਿਬ ਦਾ ਸਨਮਾਨ ਕਰੋ, ਸਾਰੇ ਕਰਦੇ ਨੇ, ਪਰ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦਾ ਵੀ ਸਨਮਾਨ ਉਨਾ ਹੀ ਜ਼ਰੂਰੀ ਹੈ। ਕਿਉਂਕਿ ਇਕੱਲੇ ਚੀਫ ਸੈਕਟਰੀ ਦੇ ਉੱਥੇ ਜਾਣ ਦਾ ਪਰਪਸ ਇਹ ਨਹੀਂ ਹੁੰਦਾ ਕਿ ਜੀ ਇਕੱਲਾ ਚੀਫ ਸੈਕਟਰੀ ਉੱਥੇ ਚਲਾ ਗਿਆ। ਇਹਦਾ ਮਤਲਬ ਜਿੰਨੀਆਂ ਟਰਾਂਸਫਰ ਪੋਸਟਿੰਗਸ ਹੋ ਰਹੀਆਂ ਨੇ ਪੰਜਾਬ 'ਚ, ਇਹ ਵੀ ਸਾਬਿਤ ਕਰਦੇ ਆ ਚੀਫ ਸੈਕਟਰੀ ਦੇ ਦਿੱਲੀ ਤਲਬ ਹੋਣ ਦੇ ਮਤਲਬ ਨਾਲ ਕਿ ਜਿੰਨੀ ਟਰਾਂਸਫਰ ਪੋਸਟਿੰਗ ਹੋ ਰਹੀਆਂ ਉਹ ਵੀ ਦਿੱਲੀ ਤੋਂ ਹੀ ਹੋ ਰਹੀਆਂ। ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਾਡੇ, ਮੈਨੂੰ ਲੱਗਦਾ ਕਿਤੇ ਰਬੜ ਸਟੈਂਪ ਨਾ ਬਣ ਕੇ ਰਹਿ ਜਾਣ, ਉਹਦੇ ਵਾਸਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਥੋੜ੍ਹੀ ਜਿਹੀ ਹਿੰਮਤ ਦਿਖਾਓ, ਥੋੜ੍ਹਾ ਦੱਸੋ, ਕਿਉਂਕਿ ਹੈਲੀਕਾਪਟਰ ਵੀ ਉਹਨਾਂ ਦਾ ਕਦੀ ਹਿਮਾਚਲ ਪੰਜਾਬ ਦਾ ਵੜ ਜਾਂਦਾ ਹੈ। ਪੰਜਾਬ ਪਹਿਲਾਂ ਹੀ ਕਰਜ਼ੇ ਡੁੱਬਿਆ ਹੋਇਆ, ਇਹ ਤੋਂ ਆਪਾਂ ਥੋੜ੍ਹਾ ਬਾਹਰ ਨਿਕਲੀਏ। SSM ਜਿਹੜੀਆਂ 3 ਕਾਲੇ ਕਾਨੂੰਨ ਨੂੰ ਦੁਬਾਰਾ ਇੱਕ ਵਾਰੀ ਕੇਂਦਰ ਸਰਕਾਰ ਨੇ ਗੱਲ ਸ਼ੁਰੂ ਕਰ ਲਈ ਹੋਈ ਹੈ ਕਿ ਸ਼ਾਇਦ ਉਹ ਲੋਕਾਂ ਨੂੰ ਚੰਗੇ ਲੱਗ ਰਹੇ ਸੀਗੇ, ਅਤੇ ਪੁਰਜ਼ੋਰ ਤਰੀਕੇ ਨਾਲ ਕੇਂਦਰ ਸਰਕਾਰ ਦੀ ਅਸੀਂ ਨਿੰਦਾ ਕਰਦੇ ਹਾਂ। ਅਤੇ ਅਸੀਂ ਸਾਫ਼ ਕਹਿੰਦੇ ਹਾਂ ਕਿ ਜਦੋਂ ਵੀ SKM ਦੀ ਜਾਂ ਹੋਰ ਕਿਸਾਨ ਜਥੇਬੰਦੀਆਂ ਦੀ ਕਾਲ ਹੋਏਗੀ, ਕਿਉਂਕਿ ਅਸੀਂ SSM ਦੇ ਪਾਰਟ ਬਾਅਦ 'ਚ ਹੈ, ਪਹਿਲਾਂ ਅਸੀਂ ਸਾਡੇ ਕਿਸਾਨਾਂ ਨਾਲ ਖੜੇ ਹਾਂ, ਸਾਡੇ ਉਹ ਭਰਾਵਾਂ ਨਾਲ ਖੜੇ ਹਾਂ, ਅਤੇ ਅਸੀਂ ਪੁਰਜ਼ੋਰ ਤਰੀਕੇ ਨਾਲ ਉਹਨਾਂ ਦੀ ਹਮਾਇਤ ਕਰਾਂਗੇ, ਸਾਡੇ ਕਿਸਾਨ ਵੀਰਾਂ ਦੀ ਉਹਨਾਂ ਨਾਲ ਖੜਾਂਗੇ ਅਤੇ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ। ਅਤੇ ਇੱਕ ਛੇਤੀ ਹੀ SSM ਵੱਲੋਂ ਵੀ ਖਰੇ ਕਾਲ ਹੈ, ਪਰ ਅਦਰਵਾਈਜ਼ ਜੁਲਾਈ 'ਚ ਇੱਕ ਵੱਡਾ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਅਤੇ SYL ਦਾ ਜਿਹੜਾ ਪੋਲੀਟੀਕਲ ਇਸ਼ੂ ਮੈਂ ਇਹਨੂੰ ਕਹੂੰਗਾ, ਕਿਉਂਕਿ ਇੱਕ ਰਿਸਰਚ ਸਾਡੀ ਚੱਲ ਰਹੀ ਹੈ, ਉਸ ਰਿਸਰਚ 'ਚ ਇਹ ਗੱਲ ਸਾਨੂੰ ਕਲੀਅਰ ਨਜ਼ਰ ਆ ਰਹੀ ਹੈ ਕਿ SYL ਦਾ ਮੁੱਦਾ ਸੋਲਵ ਹੋ ਸਕਦਾ ਹੈ। SYL ਸਿੱਧਾ ਸਿਰਫ ਸਰਕਾਰਾਂ ਨੇ ਪੋਲੀਟੀਕਲ ਵੋਟ ਬੈਂਕ ਕਰਕੇ ਮੁੱਦਾ ਬਣਾਇਆ ਹੋਇਆ ਹੈ, ਕਦੀ ਹਰਿਆਣੇ ਦੇ ਗੱਲ ਫਿੱਟੀ ਜਾਂਦੀ, ਕਦੀ ਪੰਜਾਬ 'ਤੇ ਫਿੱਟੀ ਜਾਂਦੀ ਹੈ। ਪਰ ਜੇ ਅਸੀਂ ਦੂਜੇ ਪਾਣੀਆਂ ਨੂੰ ਹੀ ਰੋਕ ਲਿੱਤਾ ਜਾਵੇ, ਪਾਣੀਆਂ ਨੂੰ ਹੀ ਯੂਟੀਲਾਈਜੇਸ਼ਨ ਵਧੀਆ ਤਰੀਕੇ ਨਾਲ ਕਰ ਲਈ ਜਾਵੇ, ਤਾਂ ਇਹ ਰਾਜਨੀਤਿਕ ਮੁੱਦਾ ਨਾ ਹੋ ਕੇ ਸਾਡਾ ਵਧੀਆ ਤਰੀਕੇ ਨਾਲ ਮੁੱਦਾ ਸੋਲਵ ਹੋਵੇ। ਇਸ 'ਤੇ ਵੱਡਾ ਅੰਦੋਲਨ ਜਿਹੜਾ ਇੱਕ ਹੈ ਜੁਲਾਈ 'ਚ ਉਲੀਕਣ ਦੀ ਇੱਕ ਜਿਹੜੀ ਉਮੀਦ ਹੈਗੀ ਹੈ, ਜਿਸ 'ਤੇ ਅਸੀਂ ਰਿਸਰਚ ਕਰ ਰਹੇ ਹਾਂ, ਅਤੇ ਜਦ ਰਿਸਰਚ ਆਲਮੋਸਟ ਕੰਪਲੀਟ ਹੋ ਜਾਏਗੀ ਤਾਂ ਪੂਰੇ ਤੱਥਾਂ ਦੇ ਨਾਲ, ਫੈਕਟ ਦੇ ਨਾਲ SYL ਨੂੰ ਕਿਵੇਂ ਇੱਕ ਰਾਜਨੀਤਿਕ ਮੁੱਦਾ ਬਣਾਇਆ ਗਿਆ ਅਤੇ ਕਿਵੇਂ ਇਹਦਾ ਹੱਲ ਹੋ ਸਕਦਾ ਹੈ, ਉਹ ਲੈ ਕੇ ਛੇਤੀ ਬਾਹਰ ਆਵਾਂਗੇ। ਸੋ ਅੱਜ ਵਾਸਤੇ ਬੇਸਿਕਲੀ ਇਹੀ ਹੈ। ਤਾਂ ਮੇਨ ਫਿਰ ਮੈਂ ਉਹੀ ਕਹਿੰਦਾ ਹੈ ਕਿ ਜ਼ਿਲ੍ਹਾ ਪੱਧਰੀ ਲੋਕਪਾਲ ਨੂੰ ਲੈ ਕੇ ਅਸੀਂ ਛੇਤੀ ਮੁਹਿੰਮ ਉਲੀਕਾਂਗੇ, ਵੀ ਤਾਂ ਕਿ ਲੋਕ ਅਵੇਅਰ ਹੋਣ ਵੀ ਜੇ ਕੋਈ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਕਰਪਸ਼ਨ ਕਰਦਾ ਹੈ ਤਾਂ ਤੁਹਾਡੇ ਕੋਲ ਵੀ ਰਾਈਟ ਹੈ ਕਿ ਤੁਸੀਂ ਉਹਦੇ ਖਿਲਾਫ ਕਿਤੇ ਜਾ ਕੇ ਆਵਾਜ਼ ਚੱਕ ਸਕੋ। ਜਿਹੜੀ SSM ਦੀ ਕੋਰ ਕਮੇਟੀ ਦੀ ਮੀਟਿੰਗ ਹੈ ਜੀ, ਇਹ ਲੁਧਿਆਣਾ 'ਚ ਹੋਣੀ ਹੈ, 15 ਤਰੀਕ ਨੂੰ ਹੋਣੀ ਹੈ। ਅਤੇ ਉਹ 11 ਮੈਂਬਰੀ ਜਿਹੜੀ ਕੋਰ ਕਮੇਟੀ ਬਣੀ ਹੈ ਉਹਨਾਂ ਦੀ ਮੀਟਿੰਗ ਹੈਗੀ ਹੈ। ਉਹ ਆਰਗੇਨਾਈਜੇਸ਼ਨ ਸਟਰਕਚਰ ਨੂੰ ਲੈ ਕੇ ਅਤੇ ਹੋਰ ਡਿਸਕਸ਼ਨਸ ਹੈਗੀਆਂ ਨੇ, ਅਤੇ ਫਸਟ ਮੀਟਿੰਗ ਕੋਰ ਕਮੇਟੀ ਦੀ ਹੈਗੀ ਆ। ਅਤੇ ਉਮੀਦ ਹੈ ਕਿ ਅਗਲੇ 2 ਮਹੀਨਿਆਂ 'ਚ ਅਸੀਂ ਮੇਨ ਸਟਰਕਚਰ ਜਿਹੜਾ ਤਿਆਰ ਕਰ ਲਈਏ, ਤਿਆਰ ਕਰਕੇ ਅਤੇ ਆਉਣ ਵਾਲੇ 6 ਮਹੀਨਿਆਂ 'ਚ ਤੁਹਾਨੂੰ ਵੱਡੇ ਪ੍ਰੋਗਰਾਮ ਵੀ ਦੇਵਾਂਗੇ, ਅਤੇ ਇੱਕ ਵਧੀਆ ਤਰੀਕੇ ਨਾਲ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਬਣ ਕੇ SSM ਉੱਭਰੇਗੀ। ਕਿੰਨੀਆਂ ਕਿਸਾਨ ਜਥੇਬੰਦੀਆਂ ਹੁਣ SSM ਦਾ ਜਿਹੜੀ 22 ਸੀਜ਼ਨਾਂ ਇਲੈਕਸ਼ਨ ਲੜੇ ਸੀ ਉਹਨਾਂ 'ਚ ਪਾਰਟ ਰਹਿ ਗਈ, ਕਿੰਨੀਆਂ ਜਥੇਬੰਦੀਆਂ ਹੈਗੀਆਂ? ਦੇਖੋ, ਪਹਿਲਾਂ ਤਾਂ ਮੈਂ ਪਹਿਲਾਂ ਵੀ ਕਲੀਅਰ ਕੀਤਾ ਹੈ ਕਿ 22 ਨੇ ਇਲੈਕਸ਼ਨ ਨਹੀਂ ਲੜੀਆਂ, ਅਤੇ 22 ਚੋਂ ਸਿਰਫ 3-4 ਕਿਸਾਨ ਜਥੇਬੰਦੀਆਂ ਸੀ, 4 ਜਾਂ 5 ਸੀਗੀਆਂ ਜਿਨ੍ਹਾਂ ਨੇ ਆਪਣੇ ਕੈਂਡੀਡੇਟ ਦਿੱਤੇ ਸੀਗੇ, ਪਰ ਉਹ ਵੀ ਬੈਕਆਊਟ ਕਰ ਗਏ ਸੀਗੇ ਕੈਂਡੀਡੇਟ। 1-2 ਤਾਂ ਕੈਂਡੀਡੇਟ ਵਿਡਰਾਅ ਹੋ ਗਿਆ ਸੀ ਉਹਨਾਂ ਦਾ। ਇੱਕ ਚੱਲਦੇ ਇਲੈਕਸ਼ਨ ਤੁਹਾਡੇ ਸਾਹਮਣੇ ਮਾਨਸਾ ਤੋਂ ਕੈਂਡੀਡੇਟ ਉਹਨਾਂ ਨੇ 3 ਦਿਨ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਇਲੈਕਸ਼ਨ ਨਹੀਂ ਲੜਨਾ ਹੈਗਾ, ਅਤੇ ਉਹ ਜਿਹੜੀ ਅੱਜ ਕਹਿ ਰਹੇ ਨੇ ਅਸੀਂ ਜਥੇਬੰਦੀਆਂ ਬਾਹਰ ਹੋਈਆਂ SSM ਤੋਂ, ਪ੍ਰੈਕਟੀਕਲੀ ਉਹ ਚੱਲਦੇ ਇਲੈਕਸ਼ਨ 'ਚ ਹੀ ਉਹ ਜਥੇਬੰਦੀਆਂ ਬਾਹਰ ਹੋ ਚੁੱਕੀਆਂ ਸੀਗੀਆਂ। ਫਿਰ ਦੂਜੀ ਇੰਪੋਰਟੈਂਟ ਗੱਲ ਇਹ ਹੈਗੀ ਹੈ, ਗੱਲ ਇਹ ਨਹੀਂ ਹੈ ਕਿ ਵੀ ਕਿਹੜੀ ਜਥੇਬੰਦੀ ਨਾਲ ਹੈ ਜਾਂ ਕਿਹੜੇ ਜਥੇਬੰਦੀ ਨਾਲ ਨਹੀਂ ਹੈ। ਜਿੰਨੀ ਖਿਲਾਫਤ SSM ਦੀ ਜਥੇਬੰਦੀਆਂ ਨੇ ਕੀਤੀ, ਚਲੋ ਸਿਰ ਮੱਥੇ ਸਾਡੇ ਵੱਡੇ ਨੇ ਅਤੇ ਅਸੀਂ ਉਹਨਾਂ ਦਾ ਰਿਗਾਰਡ ਕਰਦੇ ਹਾਂ, ਆਦਰ ਕਰਦੇ ਹਾਂ, ਪਰ ਜਿੰਨੀ ਖਿਲਾਫਤ SSM ਦੀ ਕੀਤੀ ਗਈ ਇਲੈਕਸ਼ਨ 'ਚ, ਮੈਨੂੰ ਲੱਗਦਾ ਜੇ ਉਹਦੀ BJP ਦੀ ਕੀਤੀ ਗਈ ਹੁੰਦੀ ਤਾਂ BJP ਦੇ 2 ਸੀਟਾਂ ਵੀ ਨਾ ਆਉਂਦੀਆਂ ਅਤੇ 1.5% ਵੋਟ ਸ਼ੇਅਰ ਵੀ BJP ਦਾ ਨਾ ਵੱਧਦਾ। ਇਹਨਾਂ ਨੂੰ ਮੰਨਦੇ ਹੋ ਜਿਹੜੀ ਤੁਸੀਂ ਪ੍ਰੋਸੈਕਸ਼ਨ ਕ੍ਰੀਏਟ ਕਰ ਰਹੇ ਹੋ ਕਿ SSM ਦੀ ਜਿਵੇਂ 16 ਜਥੇਬੰਦੀਆਂ ਵੱਲੋਂ ਤੁਸੀਂ ਪਹਿਲਾਂ ਵੀ ਕਿਹਾ ਕਿ ਸਾਡੇ ਨਾਲ ਨੇ, ਸਾਡੇ ਭਾਈਵਾਲ ਨੇ, ਇਹ ਪ੍ਰੋਸੈਕਸ਼ਨ ਕਿੱਥੋਂ ਤਿਆਰ ਕੀਤੀ ਹੋਈ ਹੈ, ਕਿਹਨਾਂ ਵੱਲੋਂ ਪ੍ਰੋਸੈਕਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ SSM ਨੂੰ ਝਾੜ ਲਾਈ ਜਾਵੇ? ਦੇਖੋ, ਮੈਂ ਫਿਰ ਉਹੀ ਕਹਿੰਦਾ ਕਿ ਸਾਡੇ ਭਰਾ ਨੇ, ਸਾਡੇ ਪਰਿਵਾਰ ਦਾ ਹਿੱਸਾ ਨੇ। ਸਾਡੇ ਕੋਲ ਕੈਂਡੀਡੇਟ ਵਾਈਜ਼ ਕਿੱਥੇ ਕਿੱਥੇ ਕੈਂਡੀਡੇਟ ਅਤੇ ਉਹ ਜਥੇਬੰਦੀਆਂ ਸਾਈਲੈਂਟ ਹੋਈਆਂ, ਉਹ ਪੂਰੀ ਲਿਸਟ ਪਈ ਹੈ। ਪਰ ਗੱਲ ਇਹ ਹੈ ਕਿ ਇਹ ਘਰੇਲੂ ਮਾਮਲਾ ਹੈ, ਆਪਾਂ ਸਾਰੇ ਪੰਜਾਬ ਦੇ ਲੋਕ ਨੇ, ਸਾਡਾ ਪਰਿਵਾਰ ਹੈ, ਚਲੋ ਜੋ ਹੋ ਗਿਆ ਅਸੀਂ ਵੀ ਉਸ 'ਤੇ ਮਿੱਟੀ ਪਾਤੀ, ਅਸੀਂ ਹੁਣ ਅੱਗੇ ਵੱਲ ਵਧਣਾ ਹੈ। ਜੋ ਪਿੱਛੇ ਹੋ ਗਿਆ ਉਹ ਛੱਡ ਦੇਣਾ। ਜੇ ਕਿਸੇ ਨੇ ਗਲਤੀ ਕੀਤੀ, ਜੇ ਕਿਸੇ ਨੇ ਧੋਖਾ ਦਿੱਤਾ ਜਾਂ ਜੇ ਕੋਈ ਸਾਈਲੈਂਟ ਵੀ ਹੋ ਗਿਆ ਤਾਂ ਉਹ ਗੱਲਾਂ ਗਈਆਂ। ਹੁਣ ਅਸੀਂ ਤਾਂ ਅਗਾਊਂ ਵੱਧੀ ਸੋਚ, ਕਿਆ ਪਤਾ ਕੱਲ੍ਹ ਸਾਡਾ ਫੇਰ ਹਿੱਸਾ ਹੋਣ, ਇਹ ਡਿਪੈਂਡ ਕਰਦਾ। ਕਿਉਂਕਿ ਜਦੋਂ ਰਾਜੇਵਾਲ ਸਾਹਿਬ ਨੂੰ ਮੁੱਖ ਮੰਤਰੀ ਅਨਾਊਂਸ ਕਰਨਾ ਸੀਗਾ ਤਾਂ ਸਾਰੇ ਨਾਲ ਸੀਗੇ, ਜਦੋਂ ਕੈਂਡੀਡੇਟ ਅਨਾਊਂਸ ਕਰਨੇ ਸੀਗੇ ਤਾਂ ਸਾਰੇ ਨਾਲ ਸੀਗੇ, ਅਤੇ ਜਦੋਂ ਇਲੈਕਸ਼ਨ ਚੱਲ ਪਿਆ ਫਿਰ ਸਾਈਲੈਂਟ ਹੋ ਗਏ। ਅਤੇ ਹੁਣ ਰੋਜ਼ ਹਫ਼ਤਾ ਤੱਕ ਪਹਿਲਾਂ ਸਟੇਟਮੈਂਟ ਆਈ ਜੀ 9 ਜਥੇਬੰਦੀਆਂ ਕਹਿੰਦੀਆਂ ਅਸੀਂ ਅਲੱਗ ਹੋ ਗਈਆਂ,
ਹੁਣ ਕੱਲ ਆਈਆਂ 9+ ਹੋਰ ਕਰਕੇ 16 ਅਸੀਂ ਕਹਿੰਦੇ ਐਸਐਸਐਮ ਤੋਂ ਅਲੱਗ ਹੋ ਗਈਆਂ। ਤੇ ਪ੍ਰੈਕਟੀਕਲੀ ਜੇ ਆਪਾਂ ਗੱਲ ਕਰੀਏ ਕੱਲ ਤਾਂ ਆਫੀਸ਼ੀਅਲੀ ਅਲੱਗ ਹੋਏ ਨੇ, ਅਦਰਵਾਈਜ਼ ਤਾਂ ਅਨਆਫੀਸ਼ੀਅਲੀ ਤਾਂ ਉਹ ਚੱਲਦੇ ਇਲੈਕਸ਼ਨ 'ਚ ਅਲੱਗ ਹੋ ਚੁੱਕੇ ਸੀਗੇ। ਬਲਵੀਰ ਸਿੰਘ ਰਾਜੇਵਾਲ ਤੋਂ ਇਲਾਵਾ ਹੋਰ ਕੋਈ ਚਿਹਰਾ ਬਚਿਆ ਹੁਣ ਐਸਐਸਐਮ 'ਚ ਜਿਹੜਾ ਕਿਸਾਨ ਅੰਦੋਲਨ ਦਾ ਵੱਡਾ ਚਿਹਰਾ ਹੋਵੇ? ਦੇਖੋ ਮੈਂ ਉਹੀ ਗੱਲ ਕਹਿੰਦਾ ਹੁਣ ਸਾਡੇ ਬਲਵੀਰ ਸਿੰਘ ਰਾਜੇਵਾਲ ਸਾਡੇ ਸਤਿਕਾਰਯੋਗ ਵੱਡੇ ਲੀਡਰ ਨੇ, ਪੂਰੇ ਵਰਲਡ ਵਾਈਡ ਦੇ ਲੀਡਰ ਨੇ, ਬੜੇ ਸੂਝਵਾਨ ਇਨਸਾਨ ਨੇ। ਉਹਨਾਂ ਨੇ ਅੰਦੋਲਨ ਨੂੰ ਬੜੇ ਵਧੀਆ ਤਰੀਕੇ ਨਾਲ ਸੰਭਾਲਿਆ ਤੇ ਨਾਲ ਇੱਕ ਤਰ੍ਹਾਂ ਦੇ ਅੰਦੋਲਨ ਦਾ ਮੇਨ ਰੂਪ ਬਣ ਕੇ ਸਾਹਮਣੇ ਵੀ ਆਏ। ਤੇ ਜਿਹੜਾ ਐਸਐਸਐਮ ਹੈਗਾ, ਐਸਐਸਐਮ ਦੀ ਕੋਰ ਟੀਮ ਜਦੋਂ ਬਣੀ ਹੈਗੀ ਉਸ 'ਤੇ ਰਾਜੇਵਾਲ ਸਾਹਿਬ ਜੀ ਆਪ ਵੀ ਇਨਵੋਲਵ ਸੀਗੇ, ਉਹ ਲੀਡਰਸ਼ਿਪ ਇਨਵੋਲਵ ਸੀਗੀ। ਤਾਂ ਫਿਰ ਕਹਿੰਦਾ ਐਸਐਸਐਮ ਪੋਲੀਟੀਕਲ ਆਊਟਫਿਟ ਹੈਗੀ ਹੈ, ਆਊਟਫਿਟ ਦੀ ਕੋਰ ਟੀਮ ਬਣ ਚੁੱਕੀ ਹੈ, ਆਰਗੇਨਾਈਜੇਸ਼ਨ ਸਟਰਕਚਰ ਸਾਰਾ ਕੁਝ ਜਿਹੜੀ ਕੋਰ ਟੀਮ ਨੇ ਡਿਸਾਈਡ ਕਰਨਾ ਹੈ। ਹੁਣ ਰਹਿ ਗਈ ਗੱਲ ਫਿਰ ਉਹੀ ਕਿ ਵੀ ਐਸਐਸਐਮ ਦਾ ਪਾਰਟ ਕਿਹੜੀ ਜਥੇਬੰਦੀ, ਜਿਵੇਂ ਤੁਸੀਂ ਸਵਾਲ ਕੀਤਾ ਵੀ ਹੋਰ ਕਿਹੜਾ ਰਹਿ ਗਿਆ। ਭਗਵੰਤ ਮਾਨ ਸਾਹਿਬ ਨੂੰ ਅਸੀਂ ਚਿਹਰਾ ਬਣਾ ਕੇ ਆਮ ਆਦਮੀ ਪਾਰਟੀ ਨੇ ਅੱਗੇ ਲੈ ਕੇ ਆਂਦਾ, ਮੁੱਖ ਮੰਤਰੀ ਸਾਹਿਬ ਅਨਾਉਂਸ ਕਰਤੇ ਕਿ ਵੱਡੇ ਚਿਹਰੇ ਸੀਗੇ। ਤੇ ਬਾਰ-ਬਾਰ ਆਮ ਆਦਮੀ ਪਾਰਟੀ ਕਹਿੰਦੀ, ਹੋਰ ਪਾਰਟੀ ਵੀ ਕਹਿੰਦੇ ਵੀ ਆਮ ਲੋਕ ਚਿਹਰੇ ਹੋਣੇ ਚਾਹੀਦੇ ਆ। ਅਸੀਂ ਤਾਂ ਤੁਹਾਨੂੰ ਵੀ ਇਨਵਾਈਟ ਕਰਦੇ ਹਾਂ ਭਰਾਵਾਂ ਨੂੰ ਕਿ ਆਓ ਐਸਐਸਐਮ ਨਾਲ ਰਲ ਕੇ ਚਿਹਰੇ ਬਣੋ ਐਸਐਸਐਮ ਦੇ। ਅਸੀਂ ਲੀਡਰ ਪੰਜਾਬ ਤੋਂ ਹੀ ਪੈਦਾ ਕਰਨੇ ਆ। ਹੁਣ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਨੇ ਪੈਦਾ ਕੀਤਾ, ਪੰਜਾਬ ਦੇ ਲੀਡਰ ਬਣੇ, ਅੱਜ ਫੈਸਲੇ ਦਿੱਲੀੋਂ ਹੋ ਰਹੇ ਨੇ। ਤਾਂ ਜੇ ਤੁਸੀਂ ਵੱਡੇ ਲੀਡਰ ਪੈਦਾ ਕਰ ਵੀ ਲਓਗੇ ਪਰ ਉਹ ਚੱਲਣਗੇ ਦਿੱਲੀੋਂ, ਉਹਨਾਂ ਦਾ ਫਾਇਦਾ ਕੀ ਹੈ? ਤਾਂ ਬੈਟਰ ਹੈ ਕਿ ਐਸਐਸਐਮ ਲੀਡਰ ਆਪਣੇ 'ਚੋਂ ਪੈਦਾ ਕਰੇਗੀ। ਹਾਂ, ਜਿਹੜੇ ਸਾਡੇ ਵੱਡੇ ਸਰਪ੍ਰਸਤ ਹੈਗੇ ਆ ਉਹ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹਿਣਗੇ ਤੇ ਸਾਡੀ ਉਹਨਾਂ ਦੀ ਸਰਪ੍ਰਸਤੀ 'ਚ ਐਸਐਸਐਮ ਕੰਮ ਕਰਦੀ ਰਹੇਗੀ। ਐਸਐਸਐਮ ਨੂੰ ਲੋਕਾਂ ਨੇ ਜਦੋਂ ਦੇਖਿਆ ਜੀ ਦਿੱਲੀ ਅੰਦੋਲਨ 'ਚ ਬਹੁਤ ਸਾਰੇ ਪੰਜਾਬੀ ਜਿਹੜੇ ਗਏ ਉੱਥੇ ਰਹਿ ਕੇ ਵੀ ਆਏ, ਪਰ ਕੀ ਕਾਰਨ ਹੈ ਕਿ ਐਸਐਸਐਮ 117 ਸੀਟਾਂ ਤੇ ਆਪਣੀ ਜ਼ਮਾਨਤ ਤੱਕ ਨਹੀਂ ਪਹੁੰਚਾ ਸਕੀ, ਇੱਕ ਅੱਧੀ ਸੀਟ ਨੂੰ ਛੱਡ ਕੇ? ਦੇਖੋ ਮੈਂ ਤਾਂ ਇਸ 'ਚ ਇਹਨੂੰ ਪੋਜ਼ਿਟਿਵ, ਇੱਕ ਹੁੰਦੀ ਹੈ ਹਾਰ, ਇੱਕ ਹੁੰਦੀ ਹੈ ਬੁਰੀ ਹਾਰ, ਇੱਕ ਹੁੰਦੀ ਹੈ ਕਰਾਰੇ ਤਰੀਕੇ ਨਾਲ। ਦੇਖੋ ਸਵਾਲ ਹੈ ਵੀ ਟੋਟਲ ਤੁਹਾਨੂੰ ਵੋਟ ਕਿੰਨੇ ਮਿਲੇ ਤੇ ਸਭ ਤੋਂ ਜ਼ਿਆਦਾ ਵੋਟ ਦੇਖੋ ਟੋਟਲ ਵੋਟ ਜਿਹੜੇ ਹੈਗੇ ਸਾਨੂੰ 1.25 ਲੱਖ ਦੇ ਕਰੀਬ ਵੋਟ ਪਏ ਆ ਸਾਨੂੰ ਟੋਟਲ, ਮੈਂ ਝੂਠ ਨਹੀਂ ਬੋਲੂੰਗਾ, ਤਕਰੀਬਨ 1.5% ਦੇ ਕਰੀਬ ਵੋਟ ਪਏ ਨੇ। ਤੇ ਲੱਖੇ ਸਿਧਾਰਨ ਨੂੰ 28,000 ਵੋਟ ਪਈ ਹੈ। ਤੇ ਉਸ ਤੋਂ ਬਾਅਦ ਕਿਸੇ ਇੱਕ ਕੈਂਡੀਡੇਟ ਨੂੰ 8,500 ਵੋਟ ਪਈ ਹੈ, ਕਿਸੇ ਨੂੰ 7200 ਵੋਟ ਪਈ ਹੈ, ਕਿਸੇ ਨੂੰ ਮਤਲਬ ਸਾਡੇ 20 ਕੈਂਡੀਡੇਟ ਹੈ ਕਿ ਜਿਨ੍ਹਾਂ ਨੂੰ 1000 ਤੋਂ ਘੱਟ ਵੋਟ ਪਈ ਹੈ, ਬਾਕੀ ਸਾਰੇ 1000 ਤੋਂ ਉੱਪਰ ਨੇ। ਦੂਜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਮੈਂ ਤਾਂ ਇਹਨੂੰ ਪੋਜ਼ਿਟਿਵ ਇਸ ਕਰਕੇ ਲੈਂਦਾ ਹੈ ਕਿ ਇਹ ਨਹੀਂ ਸੋਚਦਾ ਕਿ ਵੀ ਦੇਖੋ ਇੱਕ ਤਾਂ ਜਥੇਬੰਦੀਆਂ ਸਾਰੇ ਸਾਡੇ ਖਿਲਾਫ ਸਾਡੇ ਬੰਦੇ ਰੋਜ਼ ਸਟੇਟਮੈਂਟਾਂ ਦਿੰਦੇ ਸੀਗੇ, ਨੰਬਰ 1। ਨੰਬਰ 2, ਜਦ ਵੱਡੇ ਵੋਟ ਡਿੱਗ ਗਏ, ਕੋਈ 31,000 ਤੋਂ ਹਾਰਿਆ, ਕੋਈ 51,000 ਤੋਂ ਹਾਰਿਆ, ਕੋਈ 50,000 ਤੋਂ ਹਾਰਿਆ, ਕੋਈ 75,000 ਤੋਂ ਹਾਰਿਆ, ਤਾਂ 20 ਦਿਨ 'ਚ ਮੈਂ ਤਾਂ ਇਸ 'ਚ ਗਰਮ ਮਹਿਸੂਸ ਕਰਦਾ ਕਿ 20 ਦਿਨ ਦੇ ਵਿੱਚ ਅਸੀਂ 92 ਕੈਂਡੀਡੇਟ ਦਿੱਤੇ। 10 ਕੈਂਡੀਡੇਟ 'ਚ ਆਪਾਂ ਚੜੂਨੀ ਸਾਹਿਬ ਦੇ ਲਾ ਲਈਏ, 102 ਕੈਂਡੀਡੇਟ ਵੀ ਤਾਰੇ ਵਿਦਿਨ 20 ਡੇਜ਼, ਔਰ ਇਲੈਕਸ਼ਨ ਵੀ ਲੜਿਆ। ਔਰ ਰੱਬ ਦੀ ਦਇਆ ਨਾਲ ਅੱਜ ਵੀ 82 ਕੈਂਡੀਡੇਟ ਨਾਲ ਖੜੇ ਨੇ, 6 ਨੇ ਦਫ਼ਤਰ ਖੋਲ੍ਹੇ ਹੋਏ ਨੇ ਤੇ ਆਪਣਾ ਹਲਕਿਆਂ 'ਚ ਕੰਮ ਕਰ ਰਹੇ ਨੇ। ਤਾਂ ਇੱਕ ਵੱਡੀ ਪ੍ਰਾਪਤੀ ਹੈ, ਕੋਈ ਪੋਲੀਟੀਕਲ ਆਊਟਫਿਟ ਜਿਹੜੀ ਬਣੇ ਔਰ 20 ਦਿਨ ਦੇ ਅੰਦਰ ਬਣੇ ਔਰ ਮੁੜ ਕੇ ਸਟੈਂਡ ਕਰਦੀ ਰਹੇ। ਕੈਂਡੀਡੇਟ ਡੀਮੋਰਲਾਈਜ਼ ਨਹੀਂ ਹੋਏ, ਸਾਡੇ ਬਿਲਕੁਲ ਸਟਰੋਂਗਲੀ ਖੜੇ ਨੇ, ਤਿਆਰ ਨੇ, ਉਲਟਾ ਸਾਨੂੰ ਹੱਲਾਸ਼ੇਰੀ ਦਿੰਦੇ ਹੋ ਵੀ ਆਪਾਂ ਕੰਮ ਨੂੰ ਹੋਰ ਸਪੀਡ 'ਤੇ ਲੈ ਕੇ ਚੱਲੀਏ। ਜਿਹੜੇ ਤਰੀਕੇ ਨਾਲ ਤੁਸੀਂ ਅੱਜ ਕਰ ਰਹੇ ਹੋ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੋਕਾਂ ਦੇ ਖਿਲਾਫ ਜੰਗ ਲੜੀ ਸੀ ਉਹਨਾਂ ਦੇ ਸੈਲੂਆਂ ਦੇ ਬਾਹਰ ਵੱਡੀਆਂ ਕਤਾਰਾਂ ਲੱਗਣ ਲੱਗ ਪਈਆਂ। ਕਿਸਾਨਾਂ ਨੂੰ ਸਵਾਲ ਕੀਤੇ ਗਏ ਵੀ ਤੁਸੀਂ ਇੱਥੇ ਕਾਹਤੋਂ ਆ ਰਹੇ ਹੋ, ਤਾਂ ਉਹ ਕਹਿੰਦੇ ਮਜਬੂਰੀ ਹੈ, ਇੱਥੇ ਆਉਣਾ ਪੈ ਰਿਹਾ। ਤੇ ਉਹ ਦਿੱਲੀ ਵਾਲੀ ਸਾਰੀ ਜਿਹੜੀ ਲੜਾਈ ਸੀ, ਲੱਗਦਾ ਨਹੀਂ ਕਿ ਧਰੀ ਧਰਾਈ ਰਹਿ ਗਈ ਉਸ ਹਿਸਾਬ ਨਾਲ। ਦੇਖੋ ਇਸ 'ਚ ਨਾ ਇੱਕ ਪਰਸੈਪਸ਼ਨ ਹੋਰ ਵੀ, ਤੁਸੀਂ ਬੜਾ ਵਧੀਆ ਸਵਾਲ ਕੀਤਾ, ਪਰਸੈਪਸ਼ਨ ਹੋਰ ਵੀ ਤਿਆਰ ਕੀਤੀ ਗਈ। ਜਦੋਂ ਐਸਐਸਐਮ ਬਣੀ ਤਾਂ ਕਾਫੀ ਲੋਕਾਂ ਵੱਲੋਂ ਕਿਹਾ ਗਿਆ ਕਿ ਐਸਐਸਐਮ ਨੇ ਅੰਦੋਲਨ ਨੂੰ ਢਾਹ ਲਾਤੀ। ਐਸਐਸਐਮ ਤਾਂ ਬਣ ਗਈ ਤੇ ਹੁਣ ਜਿਹੜੇ ਕਹਿੰਦੇ ਸੀ ਵੀ ਅੰਦੋਲਨ ਨੂੰ ਢਾਹ ਲਾਤੀ ਐਸਐਸਐਮ ਨੇ, ਇਹਦਾ ਮਤਲਬ ਉਹਨਾਂ ਦਾ ਮੰਨਣਾ ਸੀਗਾ ਕਿ ਜੇ ਰਾਜੇਵਾਲ ਸਾਹਿਬ ਫਰੰਟ ਤੇ ਸੀਗੇ ਤਾਂ ਹੀ ਅੰਦੋਲਨ ਕਾਮਯਾਬ ਹੋਇਆ, ਜੇ ਰਾਜੇਵਾਲ ਸਾਹਿਬ ਫਰੰਟ ਤੇ ਸੀਗੇ ਤਾਂ ਹੀ ਅੰਦੋਲਨ ਨੂੰ ਲੀਡ ਕੀਤਾ ਗਿਆ। ਤੇ ਅੱਜ ਫਿਰ ਉਹ ਕਿੱਥੇ ਨੇ? ਅੱਜ ਉਹ ਕਿਉਂ ਨਹੀਂ ਜਾ ਕੇ ਉਹੀ ਧਰਨੇ ਮੁਜ਼ਾਹਰੇ ਕਰ ਰਹੇ? ਅੱਜ ਉਹ ਕਿਉਂ ਨਹੀਂ ਉਹੀ ਪ੍ਰਦਰਸ਼ਨ ਕਰ ਰਹੇ? ਇਹ ਤਾਂ ਸੈਲਫ ਐਡਮਿਸ਼ਨ ਹੋ ਗਈ ਵੀ ਰਾਜੇਵਾਲ ਸਾਹਿਬ ਹੀ ਲੀਡ ਕਰ ਰਹੇ ਸੀਗੇ ਤੇ ਰਾਜੇਵਾਲ ਸਾਹਿਬ ਹੀ ਐਸਕੇਐਮ ਸੀਗੇ। ਇਹਦਾ ਮਤਲਬ ਸੈਲਫ ਐਡਮਿਸ਼ਨ ਦੇ ਉਹਨਾਂ ਦੀ ਸੈਲਫ ਐਡਮਿਸ਼ਨ ਹੈ ਇਹ ਵੀ ਜੇ ਅੱਜ ਰਾਜੇਵਾਲ ਸਾਹਿਬ ਨੂੰ ਉਹ ਸਾਈਡ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਪਰ ਆਪ ਕੀ ਕਰ ਰਹੇ ਨੇ? ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗਾ, ਨਾਮ ਨਹੀਂ ਲਊਂਗਾ ਕਿਸੇ ਦਾ ਕਿਉਂਕਿ ਮੈਂ ਫਿਰ ਉਹੀ ਕਹਿੰਦਾ ਕਿ ਸਾਡੇ ਭਰਾ ਨੇ ਸਰਕਾਰ ਬਣਾਈ, ਦੱਬ ਕੇ ਸਰਕਾਰ ਨੂੰ ਉਹਨਾਂ ਨੇ ਵੋਟਾਂ ਪਾਈਆਂ, ਕੁਝ ਜਥੇਬੰਦੀਆਂ ਨੇ ਦੱਬ ਕੇ ਓਪਨ ਸਪੋਰਟ ਕਰੀ, ਸਾਡੇ ਕੋਲ ਸਾਰਾ ਡਾਟਾ ਗਰਾਊਂਡ ਰਿਪੋਰਟ ਸਾਰੀ ਹੈਗੀ ਹੈ। ਹੋਇਆ ਕਿ ਜਦੋਂ ਅਸੀਂ ਗੁਲਾਬੀ ਸੁੰਡੀ ਦਾ ਹੱਕ ਮੰਗਣ ਗਏ, ਸਾਡੇ ਤੇ ਡਾਂਗਾ ਪਈਆਂ, ਸਾਡੇ ਤੇ ਪਰਚੇ ਦਰਜ ਹੋਏ। ਉਸ ਤੋਂ ਬਾਅਦ ਡਾਂਗਾ ਖਾ ਕੇ ਪਰਚੇ ਦਰਜ ਕਰਕੇ ਫਿਰ ਅਸੀਂ ਚੰਡੀਗੜ੍ਹ ਆ ਕੇ ਸਰਕਾਰ ਨਾਲ ਮੀਟਿੰਗ ਕਰ ਰਹੇ ਹਾਂ ਸਾਡੇ ਪਰਚੇ ਰੱਦ ਕਰ ਦਿਓ। ਕੀ ਅਸੀਂ ਇਸੀ ਪੋਲਿਸੀ ਤੇ ਚੱਲਣਾ ਕਿ ਜੀ? ਇਹ ਤਾਂ ਉਹੀ ਗੱਲ ਹੋ ਗਈ ਕਿ ਮੋਦੀ ਸਾਹਿਬ ਨੇ 3 ਕਾਲੇ ਕਾਨੂੰਨ ਦਿੱਤੇ, ਅਸੀਂ ਸਾਲ ਪ੍ਰੋਟੈਸਟ ਕਰਿਆ, ਉਹਨਾਂ ਨੇ ਵਿਡਰਾਅ ਕਰ ਲਏ। ਮਤਲਬ ਉਹਨਾਂ ਨੇ ਦਈ ਕਿਉਂ ਸੀਗੇ? ਸੋ ਕਹਿਣ ਦਾ ਮਤਲਬ ਇਹੀ ਹੈ ਅਸੀਂ ਆਪਣਾ ਮੁਆਵਜ਼ਾ
ਮੰਗਣ ਵਾਸਤੇ ਡਾਂਗਾ ਵੀ ਖਾਈਏ, ਪਰਚੇ ਵੀ ਕਰਾਈਏ, ਫਿਰ ਉਹਨਾਂ ਦੀ ਮਿੰਨਤਾਂ ਕਰੀਏ। ਇਹੀ ਐਸਐਸਐਮ ਦਾ ਸਵਾਲ। ਇੱਕ ਮਿੰਟ ਇਹੀ ਚੀਜ਼ ਤਾਂ ਬਹੁਤ ਸਵਾਲ ਹੈ ਨਾ, ਸਿੱਧਾ ਜਿਹਾ ਸਵਾਲ ਸੀਗਾ ਰਾਂਗਾ ਦੋ ਜਿਹੜੇ ਜਿਹੜੇ ਆਪ ਲੈ ਗਈ ਜਿਹੜੇ ਲੋਕ ਉੱਥੇ ਜਿਹੜੇ ਉੱਥੇ ਲੋਕ ਸਮਰਥਨ ਕਰਦੇ ਨੇ, ਜਿਹੜੇ ਲੋਕ ਉੱਥੇ ਟਰਾਲੀਆਂ ਲੈ ਕੇ ਜਾ ਰਹੇ ਨੇ, ਉਹਨਾਂ ਤੇ ਤੁਹਾਡਾ ਸੰਯੁਕਤ ਸਮਾਜ ਮੋਰਚੇ ਦਾ ਸਟੈਂਡ ਕੀ ਹੈਗਾ? ਦੇਖੋ, ਜਿਹੜਾ ਐਸਕੇਐਮ ਮੋਰਚਾ ਸੀਗਾ, ਕਿਸਾਨ ਜਥੇਬੰਦੀਆਂ ਦਾ ਮੋਰਚਾ ਸੀਗਾ, ਤੇ ਉਸ 'ਚ ਰੋਲ ਮੈਕਸਿਮਮ 80% ਰੋਲ ਮੈਂ ਮੰਨਦਾ ਕਿ ਤੁਹਾਡੇ ਮੇਰੇ ਵਰਗੇ ਹੋਰ ਕਈ ਪੰਜਾਬੀ ਵਰਲਡ ਵਾਈਡ ਵੀ ਜਿਹੜੇ ਬੈਠੇ ਆ, ਤੇ ਇਹਨੂੰ ਆਪਾਂ ਇਕੱਲਾ ਕਿਸਾਨ ਅੰਦੋਲਨ ਨਹੀਂ, ਵਰਲਡ ਵਾਈਡ ਜਿਹੜਾ ਹੈਗਾ ਪੂਰੇ ਦੇਸ਼ ਦਾ ਅੰਦੋਲਨ, ਇੱਕ ਜਨ ਅੰਦੋਲਨ ਬਣ ਚੁੱਕਾ ਸੀਗਾ, ਤੇ ਉਹ ਜਨ ਅੰਦੋਲਨ ਨੇ ਮੋਰਚਾ ਜਿੱਤਿਆ। ਨੰਬਰ 1। ਨੰਬਰ 2, ਇੱਕ ਪਰਸੈਪਸ਼ਨ ਤਿਆਰ ਕੀਤੀ ਗਈ। ਤੁਸੀਂ ਆਮ ਆਦਮੀ ਪਾਰਟੀ ਨੇ ਵੀ, ਤੁਹਾਡੇ ਸਾਹਮਣੇ ਬਿਆਨ ਆਏ ਜੀ, ਐਸਐਸਐਮ ਦਾ ਬੀਜੇਪੀ ਦੀ ਬੀ ਟੀਮ ਹੈ, ਉਹਨਾਂ ਨੇ ਸਟੇਟਮੈਂਟ, ਇੱਕ ਪਰਸੈਪਸ਼ਨ। ਹੁਣ ਇੱਕ ਚੀਜ਼ ਨੂੰ, ਇੱਕ ਬੰਦੇ ਨੂੰ ਤੁਸੀਂ 1 ਸਾਲ ਤੱਕ ਫੀਡਿੰਗ ਕਰਦੇ ਰਹੋ, ਉਹਨੂੰ ਤੁਸੀਂ 20 ਦਿਨ ਦੇ ਵਿੱਚ ਤੁਸੀਂ ਉਹ ਪਰਸੈਪਸ਼ਨ ਨੂੰ ਤੋੜ ਨਹੀਂ ਸਕਦੇ। ਉਹ ਪਰਸੈਪਸ਼ਨ ਬਣਾਈ ਗਈ। ਦੂਜਾ, ਸਾਡੇ ਪੰਜਾਬ ਦੇ ਲੋਕ ਬੜੇ ਭੋਲੇ ਨੇ ਤੇ ਬੜੇ ਹਿੰਮਤੀ ਵੀ ਨੇ। ਉਹਨਾਂ ਨੇ ਇੱਕ ਸੋਚਿਆ ਕਿ ਅਸੀਂ ਫਿਰ ਬਦਲਾਵ ਕਰਨਾ ਹੈ। ਮੈਂ ਤਾਂ ਕਹਿੰਦਾ ਵਧੀਆ ਗੱਲ ਵੀ ਹੋਈ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਵਧਾਈ ਦਿੰਦਾ ਆਮ ਆਦਮੀ ਪਾਰਟੀ ਜਿੱਤੀ, ਪਰ ਵਧੀਆ ਗੱਲ ਇਹ ਹੋਈ ਕਿ ਮੈਦਾਨ ਹੀ ਰੜਾ ਕਰਤਿਆ। ਅਕਾਲੀ ਵੀ ਸਾਫ਼, ਕਾਂਗਰਸੀ ਵੀ ਸਾਫ਼, ਬੜੇ ਬੜੇ ਬੋਰਡ ਸਾਰੇ ਡਿੱਗ ਗਏ, ਰਸਤਾ ਸਾਫ਼ ਕਰਤਾ ਤੁਹਾਡੇ ਮੇਰੇ ਵਰਗਿਆਂ ਵਾਸਤੇ, ਨਵੀਂ ਪੀੜ੍ਹੀ ਵਾਸਤੇ, ਨਵੇਂ ਪੋਲੀਟੀਸ਼ੀਅਨਾਂ ਵਾਸਤੇ। ਸਿੰਪਲ ਦਾ ਸਵਾਲ ਸੀਗਾ ਕਿ ਉਹ ਸਾਈਲੋ ਤੇ ਜਿਹੜੀ ਟਰਾਲੀਆਂ ਇੱਕ ਖੜੀਆਂ, ਸਾਲ ਸਟੈਂਡ ਤੱਕ ਕੀ ਤੁਸੀਂ ਤੁਹਾਡਾ? ਕੋਈ ਰਾਜਨੀਤੀ ਨਹੀਂ, ਸਾਡਾ ਦੇਖੋ, ਸਟੈਂਡ ਕੀ ਤੁਹਾਡਾ? ਦੇਖੋ ਉਹਨਾਂ ਨੇ ਕਿਸਾਨ ਜਥੇਬੰਦੀ ਕਿਹਾ, ਸਾਡਾ ਸਟੈਂਡ ਤਾਂ ਇਹ ਹੈ, ਜੇ ਤੁਸੀਂ ਸਾਡੇ ਸਟੈਂਡ ਦੀ ਗੱਲ ਕਰ ਰਹੇ, ਮੈਂ ਸੋਚਿਆ ਕਿ ਕਿਸਾਨ ਜਥੇਬੰਦੀ ਦੀ ਗੱਲ ਕਰ ਰਹੇ ਹੋ। ਸਾਡਾ ਸਟੈਂਡ ਕਲੀਅਰਲੀ ਹੈ ਕਿ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ, ਇਕੱਠੇ ਹੋ ਕੇ ਫਿਰ ਦੁਬਾਰਾ ਉਸ ਰੂਪ 'ਚ ਧਰਨੇ ਮੁਜ਼ਾਹਰੇ ਕਰਨੇ ਚਾਹੀਦੇ ਆ। ਪੰਜਾਬ 'ਚੋਂ, ਹਰਿਆਣੇ 'ਚੋਂ ਸਭ ਨੂੰ ਇਕੱਠੇ ਕਰਕੇ ਛੱਡ ਦਿਓ। ਇਹ ਲੜਾਈ ਪੋਲੀਟੀਕਲ ਪਾਰਟੀ ਜਾਂ ਐਸਕੇਐਮ ਐਸਐਸਐਮ ਦੀ ਲੜਾਈ ਨਹੀਂ ਹੈਗੀ, ਇਹ ਲੜਾਈ ਸਾਡੇ ਹੋਂਦ ਦੀ ਹੈ। ਐਸਐਸਐਮ ਆਪਣਾ ਪੋਲੀਟੀਕਲ ਆਊਟਫਿਟ ਹੈ, ਚਲਾ ਰਹੀ, ਚਲਾਉਣ ਨੂੰ ਕੀ ਫਰਕ ਪੈਂਦਾ? ਤੇ ਉਹਦੇ ਨਾਲ ਐਸਕੇਐਮ ਨੂੰ ਕੀ ਢਾਹ ਲੱਗਣੀ ਹੈ? ਤੇ ਐਸਕੇਐਮ ਦੇ ਨਾਲ ਜੁੜੀਆਂ ਜਥੇਬੰਦੀਆਂ, ਹੋਰ ਪੰਜਾਬ ਪੱਖੀ ਜਿਹੜੇ ਲੋਕ ਹੈਗੇ, ਕਿਸਾਨ ਪੱਖੀ ਲੋਕ ਹੈਗੇ ਆ, ਉਹਨਾਂ ਨੂੰ ਖੜੇ ਕਰ, ਜਿਵੇਂ ਹਰਿਆਣਾ ਨੇ ਉਹ ਕੀਤਾ। ਕਿਉਂ ਨਹੀਂ ਅੰਦੋਲਨ ਹੋਇਆ ਹਰਿਆਣਾ 'ਚ? ਹਰਿਆਣਾ 'ਚ ਜਥੇਬੰਦੀ ਨੂੰ ਇਕੱਠਾ ਹੋਣਾ ਚਾਹੀਦਾ ਸੀਗਾ, ਪੰਜਾਬ ਨੂੰ ਉਹਨਾਂ ਸਾਥ ਦੇਣਾ ਚਾਹੀਦਾ ਸੀਗਾ, ਪੰਜਾਬ 'ਚ ਉਹੀ ਆਵਾਜ਼ ਚੱਕਣੀ ਚਾਹੀਦੀ ਸੀ, ਅੰਦੋਲਨ ਦੁਬਾਰਾ ਖੜੇ ਕਰਨਾ ਚਾਹੀਦਾ ਸੀਗਾ ਵੀ ਬਈ ਜੇ ਅੱਜ ਹਰਿਆਣੇ 'ਚ ਸਾਈਲੋ ਆਏ ਨੇ ਤੇ ਕੱਲ ਪੰਜਾਬ ਦੀ ਵਾਰੀ ਵੀ ਆ ਗਈ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਸਾਨੂੰ, ਮੈਂ ਫੇਰ ਕਹਿ ਰਿਹਾ, ਸਾਨੂੰ ਇਕੱਠੇ ਹੋ ਕੇ ਇਹ ਮੁੱਦਿਆਂ 'ਤੇ ਸਾਰੇ ਇਕੱਠੇ ਆ, ਸਾਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ। ਵਾਲੀਆ ਜੀ, ਇਹ ਉਹੀ ਲੋਕ ਅੱਜ ਉੱਥੇ ਟਰਾਲੀਆਂ ਲੈ ਕੇ ਖੜੇ ਨੇ ਜਿਹੜੇ ਤੁਹਾਡੇ ਨਾਲ ਧਰਨਿਆਂ 'ਤੇ ਦਿੱਲੀ ਦੇ ਉੱਪਰ ਲੜ ਰਹੇ ਸੀ। ਕਿਉਂ ਉਹਨਾਂ ਨੂੰ ਖੜਨਾ ਪਿਆ? ਕਿਉਂ ਅੱਜ ਉੱਥੇ ਜਾ ਕੇ ਜਿਨ੍ਹਾਂ ਦੇ ਖਿਲਾਫ, ਜਿਨ੍ਹਾਂ ਦੇ ਇੱਥੇ ਟਾਵਰ ਸਾੜੇ ਗਏ, ਟਾਵਰ ਉਸ ਤੋਂ ਬਾਅਦ ਜਿਹੜੇ ਆ ਕੇ ਧਰਨੇ ਮੁਜ਼ਾਹਰੇ ਕੀਤੇ ਗਏ, ਪਰ ਅੱਜ ਫਿਰ ਉਹੀ ਲੋਕ ਜਿਹੜੇ ਮੁਜ਼ਾਹਰੇ ਕਰਦੇ ਟਰਾਲੀਆਂ ਲੈ ਕੇ ਉੱਥੇ ਕਿਉਂ ਖੜੇ ਨੇ? ਉਹਦੇ ਤੇ ਕਿਉਂ ਨਹੀਂ ਗੱਲ ਹੋ ਰਹੀ? ਦੇਖੋ, ਮੈਂ ਉਹੀ ਤਾਂ ਗੱਲ ਕਹਿੰਦਾ ਨਾ, ਉਹਦਾ ਕਾਰਨ ਜਿਹੜਾ, ਉਹ ਕਾਰਨ ਕਿਉਂ ਬਣਿਆ? ਉਹ ਕਾਰਨ ਇਸ ਕਰਕੇ ਬਣਿਆ ਕਿ ਅਸੀਂ ਯੂਨਾਈਟਿਡ ਨਹੀਂ ਰਹਿ ਸਕੇ। ਸਿੰਪਲ ਸਿੱਧੀ ਗੱਲ, ਅਸੀਂ ਯੂਨਾਈਟਿਡ ਨਹੀਂ ਰਹਿ ਸਕੇ। ਅਸੀਂ ਇਕੱਠੇ ਹੋ ਕੇ ਚੱਲਦੇ, ਅਸੀਂ ਇੱਕ ਦੂਏ ਨੂੰ ਨਿੰਦਣ 'ਚ, ਇੱਕ ਦੂਏ ਨੂੰ ਭੰਡਣ 'ਚ ਲੱਗ ਗਏ। ਸਾਨੂੰ ਉੱਥੇ ਜੇ ਇਕੱਠੇ ਹੁੰਦੇ, ਇਕੱਠੇ ਹੋ ਕੇ ਤੁਰਦੇ, ਇੱਕ ਦੁਬਾਰਾ ਅੰਦੋਲਨ ਲੀਕਦੇ, ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਆਪਣਾ ਜੋ ਵੀ ਹੈ ਇਹ ਮੰਡੀਆਂ 'ਚ ਲੈ ਕੇ ਜਾਓ। ਹਰਿਆਣਾ ਸਰਕਾਰ ਨੇ ਜਿੱਥੇ ਸਾਈਲੋਂ ਨੇ ਉੱਥੇ ਬਾਰਦਾਨੇ ਦਾ ਹੀ ਇਸ਼ੂ ਕ੍ਰੀਏਟ ਕਰਤੇ ਆ, ਤੇ ਉਹਨਾਂ ਨੂੰ ਡਾਇਰੈਕਟ ਉੱਥੇ ਸਿੱਟਣਾ ਪੈ ਰਿਹਾ। ਕਿਸਾਨ ਆਪਣੀ ਫਸਲ ਉਗਾਉਂਦਾ ਹੈ ਕਿ ਉਹਨੂੰ ਚੰਗਾ ਰੇਟ ਮਿਲੇ, ਖਰਾਬ ਨਾ ਹੋਵੇ, ਪਰ ਗੱਲ ਇਹ ਹੈ ਕਿ ਉਹਨੂੰ ਨਾਲ ਦੀ ਨਾਲ ਇਹ ਸਮਝਾਉਣ ਦੀ ਲੋੜ ਹੈ, ਉਹ ਜਿਹੜੀ ਜਥੇਬੰਦੀ ਨਾਲ ਜੁੜੇ ਹੋਏ ਨੇ, ਉਹ ਜਥੇਬੰਦੀਆਂ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ। ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਭਾਈ ਇਹੀ ਤਾਂ ਲੜਾਈ ਦੀ ਸਾਡੀ, ਤਾਂ ਹੀ ਤਾਂ ਸੈਂਟਰ ਅੱਜ ਕਹਿ ਰਹੀ ਹੈ ਵੀ ਅਸੀਂ ਜੇ ਉਹ ਤਿੰਨੋਂ ਕਾਨੂੰਨ ਜਿਹੜੇ ਵਧੀਆ ਸੀਗੇ ਅਸੀਂ ਦੁਬਾਰਾ ਲਾਗੂ ਕਰ ਸਕਦੇ ਹਾਂ, ਉਹ ਸੈਂਟਰ ਤਾਂ ਹੀ ਤਾਂ ਕਹਿ ਰਹੀ ਆ ਉਹ। ਤਾਂ ਮੇਰੇ ਹਿਸਾਬ ਨਾਲ ਕਿਸਾਨ ਜਥੇਬੰਦੀ ਨੂੰ ਇਕੱਠੇ ਹੋ ਕੇ ਆਪਣੇ ਜਿਹੜੇ ਉੱਥੇ ਜਾ ਰਹੇ ਨੇ, ਨੈਚੁਰਲੀ ਉਹ ਵੀ ਕਿਸੇ ਨਾ ਕਿਸੇ ਜਥੇਬੰਦੀ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਸਮਝਾਉਣਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ ਵੀ ਈਜ਼ੀ ਗੇਨ ਜਿਹੜਾ ਹੈਗਾ ਸਾਨੂੰ ਬਾਅਦ 'ਚ ਔਖਾ ਕਰੂਗਾ। ਤਾਂ ਅੱਜ ਥੋੜਾ ਫਾਇਦਾ ਸਾਨੂੰ ਕੱਲ ਵੱਡਾ ਨੁਕਸਾਨ ਦੇ ਸਕਦਾ ਹੈ। ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿਹੜੀ ਜਥੇਬੰਦੀ ਨਾਲ ਅੱਜ ਇਹ ਗੱਲ ਕੀਤੀ ਜਾਵੇ? ਜਗਜੀਤ ਸਿੰਘ ਡੱਲੇਵਾਲ ਉੱਥੇ ਪਹੁੰਚੇ ਤਾਂ ਬਕਾਇਦਾ ਅੱਜ ਉੱਥੇ ਜਾ ਕੇ ਗੱਲਬਾਤ ਕੀਤੀ ਹੈ ਵੀ ਕਿਉਂ ਇੱਥੇ ਆ ਰਹੇ, ਤੁਸੀਂ ਉੱਥੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਇੱਥੇ ਕਿਉਂ ਪਹੁੰਚੇ ਤਾਂ ਐਸਕੇਐਮ ਵੱਲੋਂ? ਦੇਖੋ, ਜਿਹੜਾ ਐਸਐਸਐਮ ਹੈ, ਮੈਂ ਤੁਹਾਨੂੰ ਦੱਸ ਰਿਹਾ, ਐਸਐਸਐਮ ਤਾਂ ਹਜੇ ਜਿਹੜੀ ਕੋਰ ਕਮੇਟੀ ਬਣਨ ਨੂੰ ਹਫਤਾ ਹੋਇਆ ਤੇ 15 ਨੂੰ ਮੀਟਿੰਗ 'ਚ ਅਗਲੇ ਡਿਸਾਈਡ ਹੋਣਾ ਹੈ, ਤੇ ਹਲੇ ਸਾਡੇ ਕੋਲ ਜਿਹੜਾ ਦਾਇਰਾ ਸਾਡਾ ਹੈਗਾ, ਅਸੀਂ ਤੁਹਾਡੇ ਸਾਹਮਣੇ ਕਹਿ ਰਹੇ, ਮੈਂ ਉਹੀ ਕਹਿ ਰਿਹਾ ਨਾ, ਮੈਂ ਤੁਹਾਡੇ ਸਾਹਮਣੇ ਇਹ ਕਹਿ ਵੀ ਰਿਹਾ ਕਿ ਸਭ ਨੂੰ ਇਕੱਠੇ ਹੋਣਾ ਚਾਹੀਦਾ। ਇਕੱਲੇ ਡੱਲੇਵਾਲ ਸਾਹਿਬ ਜਾਂ ਇਕੱਲੇ ਰਾਜੇਵਾਲ ਸਾਹਿਬ ਜਾਂ ਇਕੱਲੇ ਉਗਰਾਹਾ ਸਾਹਿਬ ਦੇ ਜਾਣ ਨਾਲ ਗੱਲ ਨਹੀਂ ਬਣਨੀ, ਸਭ ਨੂੰ ਇਕੱਠੇ ਹੋ ਕੇ ਜਾਣਾ ਪੈਣਾ, ਸਭ ਨੂੰ ਇਕੱਠੇ ਹੋ ਕੇ ਤੁਰਨਾ ਪੈਣਾ, ਤਾਂ ਗੱਲ ਬਣਨੀ ਹੈ। ਹਰਜੀਤ ਗਰੇਵਾਲ ਦਾ ਬਿਆਨ ਹੈ, ਕਹਿੰਦੇ ਕਿ ਖੇਤੀ ਨੂੰ ਦੁਬਾਰਾ ਆਉਣਗੇ ਪਰ ਕਿਸਾਨਾਂ ਦੀ ਸਲਾਹ ਦੇਣਾ, ਗੱਲਬਾਤ ਕਰਦੀ ਹੈ ਬੀਜੇਪੀ, ਤਾਂ ਤੁਹਾਡੀ
ਦੇਖੋ ਐਸਐਸਐਮ ਤਾਂ ਕਲੀਅਰਲੀ ਪੋਲੀਟੀਕਲ ਆਊਟਫਿਟ ਹੈ। ਜਿਹੜੀ ਹੁਣ ਰਾਜੇਵਾਲ ਸਾਹਿਬ ਦੀ ਜਥੇਬੰਦੀ ਹੈ ਜਾਂ ਹੋਰ ਜਿਹੜੀ ਬੋਕ ਸਿੰਘ ਦੀ ਜਥੇਬੰਦੀ ਹੈ ਜਾਂ ਕੁਲਵੰਤ ਪੰਨੂ ਜੀ ਦੀ ਜਥੇਬੰਦੀ ਹੈ ਜਾਂ ਫਿਰ ਭੰਗੂ ਸਾਹਿਬ ਦੀ ਜਥੇਬੰਦੀ, ਉਹਦਾ ਜਵਾਬ ਤਾਂ ਉਹੀ ਦੇ ਸਕਦੇ ਆ। ਵੀ ਆਰ ਏ ਪਾਰਟ ਆਫ ਪੋਲੀਟੀਕਲ ਵਿੰਗ ਐਸਐਸਐਮ, ਤੇ ਮੈਂ ਡਾਇਰੈਕਟਲੀ ਕਿਸਾਨ ਇਹਦੇ ਜਥੇਬੰਦੀ ਚੱਕਰ ਨਾਲ ਹੈ related ਵੀ ਨਹੀਂ ਜੇ ਹੈਗਾ। ਕਿਸਾਨਾਂ ਦੀ ਸਹਿਮਤੀ ਨਾਲ ਕੋਈ ਨਵੇਂ ਕਾਨੂੰਨ ਹੁੰਦੇ ਵੀ ਤਾਂ ਸਾਨੂੰ ਇਹ 'ਚ ਵੈਲਕਮ ਕਰਨਾ ਚਾਹੀਦਾ, ਪਰ ਕਿਸਾਨਾਂ ਦੇ ਵਿੱਚ ਕੰਸੈਂਟ ਲਈ ਜਾਵੇ, ਇਹ ਨਾ ਵੀ ਉੱਤੋਂ ਹੀ ਥੋਪ ਦਿੱਤੇ ਜਾਣ। ਨਹੀਂ, ਮੈਂ ਉਹੀ ਕਹਿ ਰਿਹਾ ਸਾਡੀ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 16 ਕਿਸਾਨ ਜਥੇਬੰਦੀਆਂ ਜਿਹੜੀਆਂ ਹੈ ਉਹ ਬਾਹਰ ਹੋ ਚੁੱਕੀਆਂ। ਸਾਡਾ ਹਜੇ ਕੋਈ ਆਰਗੇਨਾਈਜੇਸ਼ਨ ਸਟਰਕਚਰ ਨਹੀਂ ਹੈਗਾ, ਸਾਡੀ ਜਿਹੜੀ ਆਰਗੇਨਾਈਜੇਸ਼ਨ ਸਟਰਕਚਰ ਹਜੇ ਬਣਨਾ ਹੈ। ਮੁੱਦੇ ਜਿਹੜੇ ਹੈ ਅਗਲੇ 5 ਸਾਲ ਹੋਰ ਪਏ ਨੇ ਸਰਕਾਰ ਦੇ, ਰੋਜ਼ ਨਵੇਂ ਮੁੱਦੇ ਆਣੇ ਹੈ। ਨਹੀਂ, ਮੈਂ ਉਹੀ ਗੱਲ ਨਾ, ਕੁਝ ਬੰਦਿਆਂ ਮੈਂ ਉਹੀ ਗੱਲ ਕਰ ਰਿਹਾ ਨਾ, ਜਦੋਂ ਸਾਡਾ ਆਰਗੇਨਾਈਜੇਸ਼ਨ ਨਾ ਸਟਰਕਚਰ ਬਣ ਜਾਏਗਾ, ਪ੍ਰੋਪਰ ਪਲਾਨਿੰਗ ਹੋਏਗੀ, ਪ੍ਰੋਪਰ ਡਿਸਕਸ਼ਨ ਹੋਏਗੀ, ਉਸ ਤੋਂ ਬਾਅਦ ਹੋਏਗਾ ਨਾ। ਇਹ ਤਾਂ ਅਸੀਂ ਹਲੇ ਦੱਸ ਰਹੇ ਹਾਂ ਵੀ ਸਾਡਾ ਪਲਾਨ ਆਫ ਐਕਸ਼ਨ ਕੀ ਹੋਊਗਾ। All World Open Challenge 17-time gold medalist Mia Rafiq Mohammed, Pandit Maulvi Begum Tantrik, इन्ना चोरा ठग्गा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री मिया रफीक मोहम्मद, मोबाइल 84 374 94 647 84 374 94 648।